ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਹਿਲਾ ਮਰਨ ਕਬੂਲ ਜੀਵਨ ਕੀ ਸਟਿਆਸ ਹੋ ਸਭਨਾ ਕੀ ਰੇਣੁਕਾ। ਤੋ ਆਓ ਹਮਾਰੇ ਪਾਸ। ਪ੍ਰਣਾਮ ਸਹੀਦਾਂ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੇ। ਹਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੇ। ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੇ। ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੇ। ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੇ। ਪ੍ਰਣਾਮ ਸ਼ਹੀਦਾਂ ਨੂੰ ਜਿੰਦੜੀ ਧਰਮ ਤੋਂ ਵਾਰੇ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੇ। ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੇ। 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 ਜਿੰਦੜੀ ਧਰਮ ਤੋਂ ਵਾਰੀ। 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 ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਸ਼ਹੀਦਾਂ ਨੂੰ
ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਵਾਹਿਗੁਰੂ 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 ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਜੀਵਨ ਕੀ ਸਾਡੇ ਆਸ ਹੋ ਸਪਨਾ ਕੇ ਦੇਣ ਕਾ तो आओ हमारे पास साए जाति एकता अनेकता बिलाए जाति होवती कुचीलता किताबन कुरान की पाप ही प्रपक जाते धर्म तो सक जाते वर्ण रख जाते सेहत विधान की देवी देव देहुरे संतोष सिंगा दूर होते रीत मिट जाती कथा वेदन पुराण की श्री गुरु गोबिंद सिंह श्री गुरु गोबिंद सिंह पावन परम सूर मूर्त ना होते जाऊं करुणा निधान की केड़ा वार दो जिगर दे टूटे बाजा वाले गुरा तो बिना वार दो जिगर दे
ਵਾਜਾਂ ਵਾਲੇ ਗੁਰਾਂ ਤੋਂ ਬਿਨਾ ਵਾਰ ਦੂਜਗਰ ਦੇ ਟੋਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਬਾਜਾਂ ਵਾਲੇ ਜੀ ਗੁਰਾਂ ਤੋਂ ਬਿਨਾ ਪਰਮ ਸਨਮਾਨਯੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਸਾਹਿਬ ਸੰਗਤ ਜੀ ਬਡਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਆਓ ਸਭ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਨਾਸਰੋ ਮਨਸੂਰ ਏਜਦੀ ਮਨਜੂਰ ਬਾਦਸ਼ਾਹ ਦਰਵੇਸ਼ ਕਲਗੀਧਰ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ। ਪਿਆਰ ਨਾਲ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਡਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਆਪ ਭਲੀ ਪ੍ਰਕਾਰ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਗੁਰੂ ਘਰ ਦੀ ਐਨੀਵਰਸਰੀ ਨੂੰ ਮੁੱਖ ਰੱਖਦੇ ਹੋਏ ਪੂਰਨਮਾਸੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਸ਼ਹੀਦ ਸਿੰਘਾਂ ਨੂੰ ਸਮਰਪਿਤ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸੋ ਗੁਰਮੁਖ ਪਿਆਰਿਓ ਪਰਸੋਂ ਤੋਂ ਲੈ ਕੇ ਧੁਰ ਕੇ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਇਆ ਹੈ। ਸੋ ਜਿਨ੍ਹਾਂ ਦੇ ਭੋਗ ਪੈਣ ਦੀ ਤਿਆਰੀ ਹੈ, ਸੋ ਆਪਾਂ ਸਤ ਸੰਗਤ ਦੇ ਵਿੱਚ ਕੀਰਤਨ ਦੇ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਲੜੀਵਾਰ ਇਤਿਹਾਸ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਆਪਾਂ ਸਰਵਣ ਕਰ ਰਹੇ ਹਾਂ। ਆਨੰਦਪੁਰ ਸਾਹਿਬ ਦੇ ਕਿਲੇ ਛੱਡਣ ਤੋਂ ਇਤਿਹਾਸ ਸ਼ੁਰੂ ਕੀਤਾ ਗਿਆ ਸੀ। ਵੈਸੇ ਤਾਂ ਆਨੰਦਪੁਰ ਸਾਹਿਬ ਦਾ ਬਹੁਤ ਵੱਡਾ ਇਤਿਹਾਸ ਹੈ, ਜੋ ਗੁਰਮੁਖ ਪਿਆਰਿਓ ਕਈ ਮਹੀਨਿਆਂ ਦੇ ਵਿੱਚ ਵਰਣਨ ਕੀਤਾ ਜਾ ਸਕਦਾ। ਸੋ ਆਪਾਂ ਸ਼ੁਰੂ ਕੀਤਾ ਸੀ ਵੀ ਆਨੰਦਪੁਰ ਸਾਹਿਬ ਦਾ ਕਿਲਾ 6 ਤੇ 7 ਤੋਂ ਦੀ ਵਿਚਕਾਰਲੀ ਰਾਤ ਮਹਾਰਾਜ ਨੇ ਛੱਡਿਆ। ਕਿਲਾ ਛੱਡਣ ਤੋਂ ਉਪਰੰਤ ਗੁਰਮੁਖ ਪਿਆਰਿਓ ਸਰਸਾ ਦੇ ਕੰਢੇ ਤੇ ਮਹਾਰਾਜ ਪਹੁੰਚਦੇ ਨੇ ਆਪਣੇ ਪਰਿਵਾਰ ਦੇ ਸਮੇਤ। ਸਰਸਾ ਦੇ ਕੰਢੇ ਤੇ ਆ ਕੇ ਮਹਾਰਾਜ ਜੀ ਨੇ ਆਸਾ ਜੀ ਕੀ ਵਾਰ ਦਾ ਕੀਰਤਨ ਕੀਤਾ ਤੇ ਗੁਰਮੁਖ ਪਿਆਰਿਓ ਇੱਕ ਪਾਸੇ ਢਾਲਾਂ ਤੇ ਤੇਗਾਂ ਖੜਕਦੀਆਂ ਨੇ, ਇੱਕ ਪਾਸੇ ਸਰੰਦੇ ਤੇ ਖੜਤਾਲਾਂ ਖੜਕਦੀਆਂ। ਕੀਰਤਨ ਹੋ ਰਿਹਾ ਇੱਕ ਪਾਸੇ ਤੇ ਇੱਕ ਪਾਸੇ ਜੰਗ ਹੋ ਰਿਹਾ। ਕਾਫੀ ਸਿੰਘ ਸ਼ਹੀਦ ਹੋਏ ਸੂਰਮੇ ਉਹਨਾਂ ਦੁਸ਼ਟਾਂ ਦੇ ਸੋਧੇ ਲਾ ਕੇ, ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ ਵੀ ਅਨੰਦਪੁਰ ਦਾ ਕਿਲਾ ਛੱਡ ਜਾਵੋ, ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ, ਪਰ ਉਹ ਕਸਮਾਂ ਉਹਨਾਂ ਨੇ ਟਿਕਰ ਘਣਾਣੇ ਬੇਈਮਾਨਾਂ ਨੇ ਤੋੜ ਦਿੱਤੀਆਂ। ਪਿੱਛੋਂ ਹਮਲਾ ਕੀਤਾ, ਅਜੇ ਸਰਸਾ ਪਾਰ ਨਹੀਂ ਕੀਤਾ ਸੀ, ਅੰਮ੍ਰਿਤ ਵੇਲਾ ਸੀ, ਮਹਾਰਾਜ ਨੇ ਉੱਥੇ ਕੀਰਤਨ ਹੋਇਆ ਤੇ ਗੁਰਮੁਖ ਪਿਆਰਿਓ ਹੁਣ ਕੀਰਤਨ ਦੀ ਸਮਾਪਤੀ ਹੋਈ ਆ। ਫਿਰ ਸਰਸਾ ਨੂੰ ਜਦੋਂ ਪਾਰ ਕਰਨ ਲੱਗੇ ਨੇ, ਉਸ ਸਮੇਂ ਸਤਿਗੁਰਾਂ ਦਾ ਪਰਿਵਾਰ ਉੱਥੇ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਵੱਡੇ ਸਾਹਿਬਜ਼ਾਦੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ, ਕੁਝ ਸਿੰਘ ਤੇ ਬਹੁਤ ਖਜ਼ਾਨਾ ਤੋਂ ਸਰਸਾ ਦੀ ਭੇਟ ਦੇ ਵਿੱਚ ਹੋਇਆ ਤੇ ਮਤਾਵਾ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਤੇ ਗੁਰਮੁਖ ਪਿਆਰਿਓ ਇਹ ਭਾਈ ਮਨੀ ਸਿੰਘ ਜੀ ਦੇ ਨਾਲ ਇੱਕ ਪਾਸੇ ਨੂੰ ਨਿਕਲ ਗਏ ਨੇ। ਸੋ ਇਸ ਤਰ੍ਹਾਂ ਕਰਕੇ ਉਸ ਸਰਸਾ ਦੇ ਕੰਢੇ ਤੇ ਮਹਾਰਾਜ ਜੀ ਦਾ ਪਰਿਵਾਰ ਵਿਛੜ ਗਿਆ ਹੈ। ਆਓ ਇਹ ਧਾਰਨਾ ਪੜ੍ਹ ਕੇ ਅਗਲਾ ਇਤਿਹਾਸ ਆਪਾਂ ਸ਼ੁਰੂ ਕਰਾਂਗੇ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਲਾਲਾਂ ਦਾ। ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਨਦੀ ਤੇ ਵਿਛੋੜਾ ਪੈ ਗਿਆ, ਵਿਛੋੜਾ ਸੰਗ ਤੇ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। Oh,
ਤੇ ਵਿਛੋੜਾ ਸੰਗ ਤੇ ਪੈ ਗਿਆ। ਸੰਗੜੀ ਤੇ ਵਿਛੋੜਾ ਪੈ ਗਿਆ। ਤੇ ਛੋਟੇ ਬੱਚਿਆਂ ਸੋ ਕਲਗੀਧਰ ਮਹਾਰਾਜ ਦੇ ਉੱਥੇ ਸਾਹਿਬਜ਼ਾਦਿਆਂ ਦਾ ਵਿਛੋੜਾ ਪੈ ਗਿਆ। ਵੱਡੇ ਸਾਹਿਬਜ਼ਾਦਿਆਂ ਦੀ ਰਾਤ ਆਪਾਂ ਗੱਲ ਕੀਤੀ ਸੀ ਤੇ ਅੱਜ ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਛੋਟੇ ਲਾਲਾਂ ਦੀ, ਛੋਟੇ ਬੱਚਿਆਂ ਦੀ ਸ਼ਹੀਦੀ ਦੀ ਗੱਲ ਕਰਾਂਗੇ। ਸੰਗਤਾਂ ਨੂੰ ਬੇਨਤੀ ਹੈ ਵੀ ਪਿਆਰ ਦਾ ਸਬੂਤ ਦੇ ਕੇ, ਪਿਆਰ ਦੇ ਨਾਲ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਕੇ ਆਪਣੇ ਬੱਚਿਆਂ ਨੂੰ ਵੀ ਅੱਗੇ ਰੱਖਿਓ ਤੇ ਕਲਗੀਧਰ ਮਹਾਰਾਜ ਦੇ ਲਾਲਾਂ ਦਾ ਧਿਆਨ ਧਰਿਓ। ਤੇ ਗੁਰਮੁਖ ਪਿਆਰਿਓ, ਉਮਰਾਂ ਕਿੰਨੀਆਂ ਨੇ? ਬਾਬਾ ਫਤਿਹ ਸਿੰਘ ਹਜੇ ਪੂਰੇ 6 ਸਾਲ ਦੇ ਨਹੀਂ ਹੋਏ। ਤੇ ਗੁਰਮੁਖ ਪਿਆਰਿਓ, ਬਾਬਾ ਜੋਰਾਵਰ ਸਿੰਘ ਜਿਹੜੇ ਨੇ ਉਹਨਾਂ ਦੀ ਉਮਰ 7 ਸਾਲ ਇਤਿਹਾਸ ਦੱਸਦਾ। ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਨੇ। ਹੁਣ ਵਿਛੋੜਾ ਪੈ ਗਿਆ, ਇਹ ਨਹੀਂ ਪਤਾ ਵੀ ਵੱਡੇ ਸਾਹਿਬਜ਼ਾਦੇ ਕਿੱਥੇ ਨੇ। ਮਾਤਾ ਗੁਜਰ ਕੌਰ ਜੀ ਨੂੰ ਮੇਰੀਆਂ ਨੂੰਹਾਂ ਕਿੱਥੇ ਚਲੀਆਂ ਗਈਆਂ, ਕਿੱਧਰ ਚਲੀਆਂ ਗਈਆਂ, ਮੇਰੇ ਵੱਡੇ ਪੋਤਰੇ ਪਤਾ ਨਹੀਂ ਕਿੱਧਰ ਨੂੰ ਚਲੇ ਗਏ। ਹੁਣ ਦਾਦੀ ਆਪਣੇ ਪੋਤਰਿਆਂ ਨੂੰ, ਛੋਟਿਆਂ ਨੂੰ ਨਾਲ ਲੈ ਕੇ ਕੁਝ ਥੋੜਾ ਜਿਹਾ ਸਮਾਨ ਆ ਹੱਥ ਦੇ ਵਿੱਚ, ਬਸਤਰ ਨੇ ਸਾਹਿਬਜ਼ਾਦਿਆਂ ਦੇ, ਤੁਰੇ ਜਾਂਦੇ ਨੇ ਰਸਤੇ ਦੇ ਵਿੱਚ। ਸਾਹਿਬਜ਼ਾਦਿਆਂ ਦੇ ਛੋਟੇ ਛੋਟੇ ਬੱਚੇ ਨੇ ਗੁਰਮੁਖ ਪਿਆਰਿਓ, ਤੇ ਮਾਤਾ ਜੀ ਨੂੰ ਪੁੱਛਦੇ ਨੇ, ਮਾਤਾ ਜੀ ਆਪਾਂ ਕਿੱਥੇ ਨੂੰ ਜਾ ਰਹੇ ਹਾਂ? ਥੱਕ ਜਾਂਦੇ ਨੇ, ਤੁਰੇ ਜਾਂਦੇ, ਕੋਈ ਪੱਥਰ ਆਉਂਦਾ ਰਸਤੇ ਦੇ ਵਿੱਚ, ਉੱਥੇ ਬੈਠ ਜਾਂਦੇ ਆ, ਕਿਸੇ ਦਰਖਤ ਦੇ ਨਾਲ ਕੋਲ ਖੜ ਕੇ ਆਰਾਮ ਕਰ ਲੈਂਦੇ ਆ। ਮਾਤਾ ਗੁਜਰ ਕੌਰ ਜੀ ਆਪਣੇ ਬੱਚਿਆਂ ਨੂੰ, ਪੋਤਰਿਆਂ ਨੂੰ, ਸਾਹਿਬਜ਼ਾਦਿਆਂ ਨੂੰ ਦਿਲਾਸਾ ਦਿੰਦੇ ਰਸਤੇ ਦੇ ਵਿੱਚ ਜਾ ਰਹੇ ਨੇ। ਤੇ ਬਾਰ-ਬਾਰ ਸਾਹਿਬਜ਼ਾਦੇ ਪੁੱਛ ਰਹੇ ਨੇ, ਮਾਤਾ ਜੀ ਵੱਡੇ ਵੀਰ ਕਿੱਥੇ ਚਲੇ ਗਏ? ਤੇ ਉਸ ਸਮੇਂ ਤੇ ਗੁਰਮੁਖ ਪਿਆਰਿਓ, ਹੁਣ ਮਾਤਾ ਗੁਜਰ ਕੌਰ ਕੀ ਦੱਸੇ ਉਹਨਾਂ ਸਾਹਿਬਜ਼ਾਦਿਆਂ ਨੂੰ? ਤੇ ਬਸ ਇੱਕੋ ਹੀ ਗੱਲ ਮਾਤਾ ਜੀ ਕਹਿ ਰਹੇ ਨੇ, ਪੜੋ ਪਿਆਰ ਨਾਲ। ਮੰਨੋ ਬੱਚਿਓ ਹੁਣ ਭਾਣਾ ਵਾਹਿਗੁਰੂ ਦਾ, ਮੰਨੋ ਬੱਚਿਓ ਹੁਣ ਭਾਣਾ ਵਾਹਿਗੁਰੂ ਦਾ। ਮੰਨੋ ਲਾਲ ਜੀ ਹੁਣ ਪਾਣਾ ਵਾਹਿਗੁਰੂ
ਮੰਨੋ ਬੱਚਿਓ ਹੁਣ ਪਾਣਾ ਵਾਹਿਗੁਰੂ ਦਾ। ਮਨ ਦੇ ਵਿੱਚ ਸੋਚ ਕੇ ਵੇਖੋ ਵੀ 5-6 ਸਾਲ ਦਾ ਬੱਚਾ ਹਜੇ ਸਹੀ ਤਰ੍ਹਾਂ ਬੋਲਣ ਵੀ ਨਹੀਂ ਲੱਗਦਾ, ਕਿਵੇਂ ਬੋਲਦੇ ਹੋਣਗੇ? ਕਿਸ ਤਰ੍ਹਾਂ ਮਾਤਾ ਜੀ ਨੂੰ ਪੁੱਛਦੇ ਨੇ ਸਾਹਿਬਜ਼ਾਦੇ, ਪੁੱਛ ਰਹੇ ਨੇ ਵਾਰ-ਵਾਰ, ਕਿੱਥੇ ਨੂੰ ਅੰਮੀਏ ਜਾਵਾਂਗੇ, ਕਿੱਥੇ ਨੂੰ ਦਾਦੀ ਜਾਵਾਂਗੇ, ਕਿਤੇ ਨੂੰ ਵੀਏ ਜਾਵਾਂਗੇ, ਕਿਤੇ ਨੂੰ ਦਾਦੀ ਜਾਵਾਂਗੇ, ਕਿੱਥੇ ਨੂੰ ਅੰਮੀਏ ਜਾਵਾਂਗੇ, ਕਿੱਥੇ ਨੂੰ ਦਾਦੀ ਜਾਵਾਂਗੇ, ਕਿਤੇ ਨੂੰ ਵੀਏ ਜਾਵਾਂਗੇ, ਕਿਤੇ ਨੂੰ ਦਾਦੀ, ਕਿਤੇ ਨੂੰ ਵੀਏ ਜਾਵਾਂਗੇ, ਕਿਤੇ ਨੂੰ ਦਾਦੀ ਜਾਵਾਂਗੇ। ਤੋ ਪੈ ਗਈ ਰਾਤ ਹਨੇਰੀ, ਕਿੱਥੇ ਨੂੰ ਅੰਮੀਏ ਜਾਵਾਂਗੇ, ਕਿੱਥੇ ਨੂੰ ਦਾਦੀ ਜਾਵਾਂਗੇ, ਪੈ ਗਈ ਰਾਤ ਹਨੇਰੀ, ਕਿਤੇ ਨੂੰ ਦਾਦੀ, ਕਿਤੇ ਨੂੰ ਦਾਦੀ ਜਾਵਾਂਗੇ, ਕਿਤੇ ਨੂੰ ਦਾਦੀ ਜਾਵਾਂਗੇ। ਸੰਗੀ ਰਾਤ ਹਨੇਰੀ, ਫਿਰ ਮਾਤਾ ਗੁਜਰ ਕੌਰ ਜੀ ਜਵਾਬ ਦਿੰਦੀ ਆ ਸਾਹਿਬਜ਼ਾਦੇ ਨੂੰ, ਜਿੱਥੇ ਲੈ ਜਾਵੇ ਕਰਤਾਰ, ਉੱਥੇ ਨੂੰ ਲਾਲੋ ਜਾਵਾਂਗੇ, ਉੱਥੇ ਨੂੰ ਬੱਚੇ ਹੋ ਜਾਵਾਂਗੇ, ਰਾਵੇ ਕਰਤਾਰ, ਉੱਤੇ ਨੂੰ ਲਾਲੋ, ਉੱਤੇ ਨੂੰ ਲਾਲੋ ਜਾਵਾਂਗੇ, ਉੱਤੇ ਨੂੰ ਲਾਲੋ ਫਿਰ ਲੈ ਜਾਵੇ ਕਰਤਾਰ, ਉੱਥੇ ਨੂੰ ਬੱਚੇ ਹੋ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ, ਜਾਵੇ ਕਰਤਾਰ, ਉੱਤੇ ਨੂੰ ਲਾਲੋ ਜਾਵਾਂਗੇ, ਉੱਤੇ ਨੂੰ ਬੱਚੇ ਹੋ ਉੱਤੇ ਨੂੰ ਲਾਲੋ ਜਾਵਾਂਗੇ। ਮਾਤਾ ਗੁਜਰ ਕੌਰ ਕਹਿ ਰਹੀ ਹੈ ਬੱਚਿਆਂ ਨੂੰ, ਜਿੱਥੇ ਉਹ ਪਰਮੇਸ਼ਰ ਲੈ ਕੇ ਜਾਵੇਗਾ ਆਪਾਂ ਉੱਥੇ ਜਾਵਾਂਗੇ। ਸਾਹਿਬਜ਼ਾਦੇ ਜਾਂਦੇ ਜਾਂਦੇ ਰਸਤੇ ਦੇ ਵਿੱਚ ਮਾਤਾ ਜੀ ਨੂੰ ਕਹਿ ਰਹੇ ਨੇ, ਮਾਤਾ ਜੀ ਵੱਡੇ ਵੀਰ ਪਿਤਾ ਜੀ ਕਦੋਂ ਮਿਲਣਗੇ ਆਪਾਂ ਨੂੰ? ਮਾਤਾ ਜੀ ਉਹ ਸਾਨੂੰ ਆਪਾਂ ਨੂੰ ਇਕੱਲਿਆਂ ਨੂੰ ਛੱਡ ਕੇ ਕਿਉਂ ਚਲੇ ਗਏ, ਕਿੱਥੇ ਚਲੇ ਗਏ, ਕਦੋਂ ਮਿਲਣਗੇ ਵੱਡੇ ਵੀਰ? ਫਿਰ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਬੱਚੇ ਨੇ ਕਹਿ ਰਹੇ ਨੇ, ਮਾਤਾ ਜੀ ਹੁਣ ਜਦੋਂ ਵੱਡਾ ਵੀਰ ਅਜੀਤ ਸਿੰਘ ਤੇ ਜੁਝਾਰ ਸਿੰਘ ਆਉਣਗੇ, ਪਿਤਾ ਜੀ ਆਉਣਗੇ, ਤੇ ਅਸੀਂ ਉਹਨਾਂ ਦੇ ਨਾਲ ਇਹ ਇਕਰਾਰ ਕਰਾਂਗੇ ਵੀ ਸਾਨੂੰ ਕਿਤੇ ਦੁਬਾਰਾ ਛੱਡ ਕੇ ਨਾ ਜਾਏ, ਵੀ ਸਾਨੂੰ ਕਿਤੇ ਦੁਬਾਰਾ ਛੱਡ ਕੇ ਨਾ ਜਾਏ। ਤੇ ਉਸ ਸਮੇਂ ਅਸੀਂ ਉਹਨਾਂ ਦੇ ਨਾਲ ਇਕਰਾਰ ਕਰਾਂਗੇ, ਉਹ ਸਾਨੂੰ ਮਨਾਉਣਗੇ ਬਾਰ-ਬਾਰ
ਤੇ ਬਾਰ-ਬਾਰ ਸਾਨੂੰ ਮਨਾਉਣਗੇ, ਅਸੀਂ ਮੰਨਾਂਗੇ ਨਹੀਂ, ਅਸੀਂ ਰੁੱਸ ਜਾਵਾਂਗੇ ਉਹਨਾਂ ਦੇ ਨਾਲ। ਤੇ ਉਹ ਕਹਿਣਗੇ ਮੰਨ ਜਾਓ, ਤੇ ਅਸੀਂ ਇਕਰਾਰ ਲਵਾਂਗੇ ਉਨਸੇ। ਮਨਾਉਣਗੇ ਕਿ ਸਾਨੂੰ ਕਿਤੇ ਦੁਬਾਰਾ ਫੇਰ ਨਾ ਛੱਡ ਕੇ ਜਾਏ, ਇਹ ਇਕਰਾਰ ਉਹਨਾਂ ਤੋਂ ਲਵਾਂਗੇ। ਇਸ ਤਰ੍ਹਾਂ ਬੱਚੇ ਨੇ ਮਾਤਾ ਜੀ ਦੇ ਨਾਲ, ਤੇ ਗੁਰਮੁਖ ਪਿਆਰਿਓ ਬਾਤਾਂ ਕਰਦੇ ਜਾ ਰਹੇ। ਅੱਗੇ ਕਿੱਥੇ ਪਹੁੰਚਦੇ ਨੇ? ਗੁਰਮੁਖ ਪਿਆਰਿਓ ਇੱਕ ਛੱਪਰੀ ਆ, ਉਹਦੇ ਵਿੱਚ ਇੱਕ ਰੱਬ ਦਾ ਪਿਆਰਾ ਰਹਿੰਦਾ, ਉਹਦਾ ਨਾਮ ਹੈ ਕਰੀਮ ਬਖਸ਼, ਤੇ ਕਈਆਂ ਨੇ ਕੰਮੋ ਮਾਸਕੀ ਲਿਖਿਆ। ਉਹ ਕੰਮ ਕੀ ਕਰਦਾ? ਉਹਦੇ ਕੋਲੇ ਬੇੜੀ ਆ, ਤੇ ਮੁਸਾਫਰਾਂ ਨੂੰ ਬਿਠਾ ਕੇ ਤੇ ਦਰਿਆ ਨੂੰ ਪਾਰ ਕਰਾਉਂਦਾ। ਉਹ ਕੰਮੋ ਮਾਸਕੀ ਜਿਹੜਾ ਹੈ, ਠੰਡ ਪੈ ਰਹੀ ਆ, ਪੋਹ ਦਾ ਮਹੀਨਾ, ਠੱਕਾ ਵਗਦਾ, ਹਵਾ ਠੰਡੀ ਚੱਲਦੀ ਹੈ, ਆਪਣਾ ਦਰਵਾਜ਼ਾ ਬੰਦ ਕਰਕੇ ਆਰਾਮ ਕਰ ਰਿਹਾ। ਤੇ ਉਸ ਸਮੇਂ ਗੁਰਮੁਖ ਪਿਆਰਿਓ ਮਾਤਾ ਜੀ ਨੇ ਦਰਵਾਜ਼ਾ ਖੜਕਾਇਆ, ਤੇ ਮਾਤਾ ਜੀ ਜਾ ਕੇ ਉਸ ਕੰਮੋ ਮਾਸਕੀ ਨੂੰ ਕਹਿ ਰਹੀ ਹੈ, ਐ ਛੱਪਰੀ ਦੀਆਂ ਮਾਲਕਾ ਦਰਵਾਜ਼ਾ ਖੋਲ, ਅਸੀਂ ਰਾਤ ਕੱਟਣੀ ਹੈ। ਉਸ ਸਮੇਂ ਕੰਮੋ ਮਾਸਕੀ ਦਰਵਾਜ਼ਾ ਖੁੱਲਿਆ, ਪੁੱਛਦਾ ਤੁਸੀਂ ਕੌਣ? ਰਾਤ ਨੂੰ ਕੌਣ ਆਏ ਹੋ ਤੁਸੀਂ? ਮਾਤਾ ਜੀ ਨੇ ਕਿਹਾ, ਤੈਂ ਕਿਤੇ ਅਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਦਾ ਨਾਮ ਸੁਣਿਆ? ਕਹਿਣ ਲੱਗਿਆ, ਨਾਮ ਬੜਾ ਸੁਣਿਆ ਉਹਨਾਂ ਦਾ, ਉਹਨਾਂ ਦੀ ਮਹਿਮਾ ਬੜੀ ਸੁਣੀਆਂ, ਕਿਉਂਕਿ ਜਦੋਂ ਮੈਂ ਦਰਿਆ ਤੋਂ ਮੁਸਾਫਰਾਂ ਨੂੰ ਪਾਰ ਲੰਘਾਉਣਾ ਤੇ ਬੜੀਆਂ ਸਿਫਤਾਂ ਕਰਦੇ ਨੇ ਕਲਗੀਆਂ ਵਾਲੇ ਪਾਤਸ਼ਾਹ ਦੀਆਂ, ਮੈਂ ਸੁਣਦਾ ਰਹਿਣਾ ਉਹਨਾਂ ਦੇ ਬਾਰੇ, ਬੜਾ ਕੁਝ ਸੁਣਿਆ, ਪਰ ਮੇਰੇ ਮਾੜੇ ਕਰਮ ਮੈਂ ਦਰਸ਼ਨ ਨਹੀਂ ਕਰ ਸਕਿਆ ਉਹਨਾਂ ਨੂੰ। ਮਾਤਾ ਗੁਜਰ ਕੌਰ ਕਹਿਣ ਲੱਗੇ, ਆ ਜਿਹੜੇ ਦੋ ਬੱਚੇ ਨੇ ਇਹ ਉਹਨਾਂ ਦੇ ਛੋਟੇ ਲਾਲ ਨੇ, ਉਹਨਾਂ ਦੇ ਛੋਟੇ ਸਾਹਿਬਜ਼ਾਦੇ, ਤੇ ਮੈਂ ਉਹਨਾਂ ਦੀ ਮਾਤਾ ਹਾਂ। ਇੰਨੇ ਵਚਨ ਕਹੇ, ਕੰਮੋ ਮਾਸਕੀ ਮਾਤਾ ਗੁਜਰ ਕੌਰ ਦੇ ਚਰਨਾਂ ਦੇ ਉੱਪਰ ਮੱਥਾ ਟੇਕ ਨਮਸਕਾਰ ਕਰਦਾ। ਮਾਤਾ ਜੀ ਆਓ, ਬੱਚਿਆਂ ਨੂੰ ਅੰਦਰ ਬਿਠਾਓ, ਸੰਨ ਪਾਈਆ ਗੁਰਮੁਖ ਪਿਆਰਿਓ, ਕੋਈ ਪੱਕਾ ਘਰ ਨਹੀਂ ਹੈ, ਛੱਪਰੀ ਹੈ, ਬੱਚਿਆਂ ਨੂੰ ਅੰਦਰ ਬਿਠਾਓ। ਜੋ ਕੁਝ ਕੋਲ ਸੀ, ਜੋ ਵਸਤਰ ਉਹਦੇ ਆਪਣੇ ਕੋਲ ਸੀ, ਤੇ ਉਹ ਮਾਤਾ ਜੀ ਨੂੰ ਦਿੱਤੇ। ਇਹਨਾਂ ਵਸਤਰਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਬੈਠੇ। ਕੰਮੋ ਮਾਸਕੀ ਦੇ ਕੋਲ ਮਾਤਾ ਜੀ ਬੈਠੇ ਨੇ। ਆਪ ਸਾਰੀ ਰਾਤ ਛੱਪਰੀ ਦੇ ਬਾਹਰ ਬੈਠ ਕੇ ਗੁਰਮੁਖ ਪਿਆਰਿਓ ਉਸ ਸਮੇਂ ਦੀ ਸਰਕਾਰ ਨੂੰ ਲਾਹਣਤਾਂ ਪਾ ਰਿਹਾ, ਸਰਕਾਰ ਨੂੰ ਲਾਹਣਤਾਂ ਪਾ ਰਿਹਾ ਬੈਠਾ। ਤੇ ਗੁਰਮੁਖ ਪਿਆਰਿਓ ਉਸ ਸਮੇਂ ਜਿੱਥੇ ਉਹ ਕੰਮੋ ਮਾਸਕੀ ਰਹਿੰਦਾ ਸੀ, ਉਹਦੇ ਨੇੜੇ ਹੀ ਇੱਕ ਘਰ ਸੀ, ਮਾਤਾ ਲక్ష్ਮੀ ਨਾਮ ਇਤਿਹਾਸ ਦੇ ਵਿੱਚ ਆਇਆ। ਤੇ ਗੁਰਮੁਖ ਪਿਆਰਿਓ ਉਹਦੇ ਘਰੋਂ ਪ੍ਰਸਾਦਾ ਤਿਆਰ ਕਰਵਾ ਕੇ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਛਕਾਇਆ। ਇਹ ਗੱਲ ਯਾਦ ਰੱਖੋ ਵੀ ਇੱਥੇ ਪ੍ਰਸਾਦਾ ਛਕ ਲਿਆ, ਅੱਗੇ ਸ਼ਹੀਦੀ ਤੱਕ ਪ੍ਰਸਾਦਾ ਨਹੀਂ ਛਕਿਆ ਸਾਹਿਬਜ਼ਾਦਿਆਂ ਨੇ ਤੇ ਮਾਤਾ ਜੀ। ਪ੍ਰਸਾਦਾ ਛਕਾਇਆ ਤੇ ਦਿਨ ਚੜਿਆ। ਮਾਤਾ ਜੀ ਕਹਿਣ ਲੱਗੇ ਕੰਮੋ ਮਾਸਕੀ ਨੂੰ, ਜਾ ਕੋਈ ਸਿੰਘ ਜੰਗਲ ਦੇ ਵਿੱਚ ਹੋਵੇਗਾ ਕਲਗੀਆਂ ਵਾਲੇ ਪਾਤਸ਼ਾਹ ਦਾ, ਤੇ ਸਾਡਾ ਉਹਨਾਂ ਦੇ ਨਾਲ ਮਿਲਾਪ ਕਰਵਾ ਦੇ। ਤੇ ਗੁਰਮੁਖ ਪਿਆਰਿਓ ਕੰਮੋ ਮਾਸਕੀ ਅੱਗੇ ਬਾਹਰ ਦੇਖਦਾ ਫਿਰਦਾ ਵੀ ਕੋਈ ਸਿੱਖ ਮਿਲੇ ਤੇ ਮੈਂ ਇਹਨਾਂ ਦਾ ਮਿਲਾਪ ਕਰਵਾ ਦੇਵਾਂ। ਤੇ ਉਧਰ ਗੰਗੂ ਮਿਲ ਗਿਆ। ਜਦੋਂ ਗੰਗੂ ਮਿਲਿਆ, ਕਿਉਂਕਿ ਗੰਗੂ ਵੀ
ਅਨੰਦਪੁਰ ਸਾਹਿਬ ਸਤਿਗੁਰਾਂ ਦੇ ਕੋਲ ਜਾਂਦਾ ਹੁੰਦਾ ਸੀ। ਗੁਰਮੁਖ ਪਿਆਰਿਓ, ਕਈ ਇਤਿਹਾਸਕਾਰ ਕਹਿ ਦਿੰਦੇ ਨੇ ਵੀ ਇਹ ਰਸੋਈਆ ਸੀ। ਰਸੋਈਏ ਦਾ ਮਤਲਬ ਇਹ ਨਹੀਂ ਹੈ ਜੋ ਲੰਗਰ ਤਿਆਰ ਕਰਦਾ ਸੀ। ਗੰਗੂ ਕੋਈ ਉੱਥੇ ਪ੍ਰਸ਼ਾਦਾ ਨਹੀਂ ਬਣਾਉਂਦਾ ਸੀ, ਨਾ ਦਾਲਾਂ ਸਬਜ਼ੀਆਂ ਨਹੀਂ ਬਣਾਉਂਦਾ ਸੀ। ਬਹੁਤੇ ਇਤਿਹਾਸਕਾਰਾਂ ਨੇ ਇਹ ਦੱਸਿਆ ਵੀ ਰਸੋਈਆ ਉਹਦਾ ਨਾਮ ਇਸ ਕਰਕੇ ਸੀ, ਇਹ ਰੁੱਸ ਜਾਂਦਾ ਸੀ ਥੋੜੀ ਥੋੜੀ ਗੱਲ ਤੇ। ਜੇ ਕਿਸੇ ਨੇ ਕੋਈ ਗੱਲ ਕਹਿ ਦੇਣੀ ਇਹਨੇ ਰੁੱਸ ਜਾਣਾ, ਇਸ ਕਰਕੇ ਉਹਦਾ ਅੱਲ ਪੈਂਦੀ ਸੀ, ਮਗਰ ਰਸੋਈਆ ਪੈਂਦਾ ਸੀ, ਗੰਗੂ ਰਸੋਈਆ। ਤੇ ਇਹ ਗੰਗੂ ਮਿਲ ਗਿਆ। ਕੰਮੋ ਮਾਸਕੀ ਨੇ ਕਿਹਾ, ਗੰਗੂ, ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਮੇਰੇ ਕੋਲ ਆ, ਤੂੰ ਅਨੰਦਪੁਰ ਸਾਹਿਬ ਜਾਣਾ ਤੇ ਇਹਨਾਂ ਨੂੰ ਅੱਗੇ ਖਾਲਸੇ ਦੇ ਨਾਲ ਮਿਲਾਉਣਾ। ਉਹ ਕਹਿਣ ਲੱਗਿਆ, ਕੋਈ ਗੱਲ ਨਹੀਂ, ਮੈਂ ਆਪਣੇ ਘਰ ਲੈ ਕੇ ਜਾਵਾਂਗਾ। ਮੈਂ ਵੀ ਗੁਰੂ ਘਰ ਦਾ ਪ੍ਰਸ਼ਾਦਾ ਸਕਦਾ ਰਿਹਾ, ਗੁਰੂ ਘਰ ਜਾਂਦਾ ਰਿਹਾ ਅਨੰਦਪੁਰ ਸਾਹਿਬ, ਤੇ ਮੈਂ ਆਪਣੇ ਘਰ ਲਿਜਾ ਕੇ ਇਹਨਾਂ ਦੀ ਸੇਵਾ ਕਰਾਂ। ਉਸ ਸਮੇਂ ਗੁਰਮੁਖ ਪਿਆਰਿਓ, ਜਦੋਂ ਮਾਤਾ ਗੁਜਰ ਕੌਰ ਕੰਮੋ ਮਾਸਕੀ ਦੇ ਘਰੋਂ ਤੁਰਨ ਲੱਗੇ ਨਾ, ਜੋ ਉਹਨਾਂ ਦੇ ਕੋਲੇ ਇੱਕ, ਜਿਵੇਂ ਆਪਾਂ ਕਹੀਏ ਕੋਈ ਝੋਲਾ ਸੀ ਜਿਹਦੇ ਵਿੱਚ ਇੱਕ ਗੱਠੜੀ ਸੀ ਜਾਂ ਉਹਦੇ ਵਿੱਚ ਵਸਤਰ ਪਾਏ ਸੀ ਸਾਹਿਬਜ਼ਾਦਿਆਂ ਦੇ, ਉਹਦੇ ਵਿੱਚ ਕੁਝ ਮੋਹਰਾਂ ਰਹਿ ਗਈਆਂ ਸਨ ਮਾਤਾ ਜੀ ਦੇ ਕੋਲ। ਮਾਤਾ ਜੀ ਕੋਈ ਲਾਲਚੀ ਨਹੀਂ ਸੀ, ਲੋਭੀ ਨਹੀਂ ਸੀ ਸੋਨੇ ਦੇ। ਉਹ ਸੋਨੇ ਦੀਆਂ ਮੋਹਰਾਂ ਉਸ ਗੱਠੜੀ ਦੇ ਵਿੱਚ ਕੁਝ ਰਹਿ ਗਈਆਂ। ਮਾਤਾ ਜੀ ਨੇ ਉਹਨਾਂ ਮੋਹਰਾਂ ਦੇ ਵਿੱਚੋਂ 5 ਮੋਹਰਾਂ ਕੰਮੋ ਮਾਸਕੀ ਨੂੰ ਦੇ ਦਿੱਤੀਆਂ ਤੇ 2 ਮੋਹਰਾਂ ਉਸ ਮਾਈ ਨੂੰ ਜਿਹਨੇ ਪ੍ਰਸਾਦਾ ਛਕਾਇਆ ਸੀ ਤੇ ਉਹਨੂੰ ਦੇ ਦਿੱਤੀਆਂ। ਤੇ ਗੁਰਮੁਖ ਪਿਆਰੇ, ਉੱਥੋਂ ਬਸ ਗੰਗੂ ਨੇ ਵੇਖ ਲਿਆ ਵੀ ਇਹਨਾਂ ਦੇ ਕੋਲ ਮਾਇਆ ਹੈ, ਮੋਹਰਾਂ ਨੇ ਇਹਨਾਂ ਦੇ ਕੋਲ। ਆਪਣੇ ਘਰ ਲੈ ਗਿਆ। ਘਰ ਲਿਜਾ ਕੇ ਆਪਣੀ ਮਾਂ ਨੂੰ, ਆਪਣੀ ਘਰਵਾਲੀ ਨੂੰ ਕਹਿੰਦਾ, ਇਹਨਾਂ ਨੂੰ ਜ਼ਹਿਰ ਦੇ ਦਿਓ, ਇਹਨਾਂ ਨੂੰ ਮਾਰ ਦਿੰਦੇ ਆ। ਜੋ ਇਹਨਾਂ ਕੋਲੇ ਮਾਇਆ, ਮੋਹਰਾਂ, ਧਨ ਦੌਲਤ ਆਪਣੇ ਕੋਲ ਰਹਿ ਜਾਵੇ। ਇਤਿਹਾਸ ਇਹ ਦੱਸਦਾ ਵੀ ਜਿਹੜੀ ਗੰਗੂ ਦੀ ਮਾਂ ਤੇ ਉਹਦੀ ਘਰਵਾਲੀ ਸੀ, ਉਹਨੇ ਇਹ ਗੱਲ ਪ੍ਰਵਾਨ ਨਹੀਂ ਕੀਤੀ। ਤੇ ਗੁਰਮੁਖ ਪਿਆਰਿਓ, ਮਾਇਆ ਨੂੰ ਦੇਖ ਕੇ ਲੋਭ ਆ ਗਿਆ ਤੇ ਲੋਭ ਦਾ ਹਲਕ ਚੜ ਗਿਆ ਉਸ ਸਮੇਂ ਗੰਗੂ ਨੂੰ। ਤੇ ਗੁਰਮੁਖ ਪਿਆਰਿਓ, ਫਿਰ ਪਹਿਲਾਂ ਘਰ ਦਾ ਕੁੱਤਾ ਜਿਹੜਾ ਵਫਾਦਾਰ, ਜਿਹੜਾ ਪਾਲਿਆ ਹੁੰਦਾ ਨਾ, ਤੇ ਉਹਨੂੰ ਕਿਤੇ ਹਲਕ ਚੜ ਜਾਵੇ, ਉਹ ਫਿਰ ਘਰਦਿਆਂ ਨੂੰ ਵੱਢਣ ਲੱਗ ਪੈਂਦਾ, ਉਹ ਬਖਸ਼ਦਾ ਨਹੀਂ ਹੁੰਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬਚਨ ਆਉਂਦੇ ਨੇ ਮਹਾਰਾਜ, ਲੋਭੀ ਕਾ ਵਿਸਾਹ ਹੋਣਾ ਕੀਜੈ। ਕਹਿੰਦੇ ਲੋਭੀ ਬੰਦੇ ਦਾ ਕਦੇ ਵਿਸਾਹ ਨਾ ਕਰੋ। ਜੇ ਕਾ ਪਾਰ ਵਸਾਏ ਅੰਤ ਕਾਲ ਕਿੱਥੈ ਤੋ ਹੈ ਜਿੱਥੈ ਹੱਥ ਨਾ ਪਾਏ। ਜਿੱਥੋਂ ਸਾਨੂੰ ਕੋਈ ਵੀ ਬਚਾ ਨਹੀਂ ਸਕਦਾ, ਇਹ ਲੋਭੀ ਉੱਥੇ ਸਿੱਟਦਾ ਸੀ। ਹੁਣ ਇਹਨੂੰ ਲੋਭ ਦਾ ਹਲਕ ਚੜ ਗਿਆ। ਦੇਖੋ, ਗੁਰੂ ਘਰ ਦਾ ਖਾਂਦਾ ਰਿਹਾ, ਅੱਜ ਲੋਭ ਦਾ ਹਲਕ ਚੜ ਗਿਆ। ਤੇ ਉਸ ਸਮੇਂ ਤੇ ਜਿਹੜੀਆਂ ਮਾਤਾ ਜੀ ਦਾ ਸਮਾਨ ਸੀ, ਮੋਹਰਾਂ ਸੀ, ਚੱਕ ਕੇ ਲੁਕੋ ਦਿੱਤੀਆਂ। ਤੇ ਗੁਰਮੁਖ ਪਿਆਰੇ ਲੁਕੋ ਦਿੱਤੀਆਂ ਤੇ ਕਹਿਣ ਲੱਗਿਆ, ਕਹਿੰਦਾ ਇਹਨਾਂ ਨੂੰ ਖਤਮ ਕਰ ਦਿੰਦੇ ਆ। ਪਰ ਉਹਨਾਂ ਦੀ ਮਾਤਾ ਦੀ ਘਰਵਾਲੀ ਨਹੀਂ ਮੰਨੀ ਇਸ ਗੱਲ ਤੇ ਗੁਰਮੁਖ ਪਿਆਰਿਓ, ਸਵੇਰ ਹੁੰਦੀ ਆ, ਮਾਤਾ ਜੀ ਕਹਿਣ ਲੱਗੇ, ਗੰਗਿਆ ਅਸੀਂ ਜਾਣਾ, ਤੂੰ ਜਿਹੜਾ ਸਾਡਾ ਸਮਾਨ ਕਿਤੇ ਰਾਤ ਸਾਂਭ ਕੇ ਰੱਖਿਆ ਸਾਨੂੰ ਫੜਾ ਦੇ। ਕਹਿਣ ਲੱਗੇ, ਕਿਹੜਾ ਸਮਾਨ, ਕਿਹੜੀ ਚੀਜ਼ ਦੀ ਗੱਲ ਕਰਦੇ ਹੋ ਤੁਸੀਂ? ਇਲਜ਼ਾਮ ਲਾਉਂਦੇ ਹੋ ਮੇਰੇ ਉੱਪਰ। ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਇਆ, ਆਪਣੇ ਘਰ ਦੇ ਵਿੱਚ ਲਿਆ ਕੇ ਰੱਖਿਆ, ਤੇ ਦੂਸਰਾ ਮੇਰੇ ਤੇ ਤੁਸੀਂ ਇਲਜ਼ਾਮ ਲਾ ਰਹੇ ਚੋਰੀ ਦਾ। ਮੈਂ ਹੁਣੇ ਜਾਣਾ ਮੋਰਿੰਡੇ ਤੇ ਤੁਹਾਨੂੰ ਫੜਾ ਦੇਵਾਂਗਾ। ਗੁਰਮੁਖ ਪਿਆਰਿਓ, ਹਲਕ ਲੋਭ ਦਾ ਹਲਕ ਦੇਖੋ ਕਿੰਨਾ ਚੜ ਗਿਆ।
ਮਨ ਦੇ ਵਿੱਚ ਕੀ ਸੋਚਦਾ ਵੀ ਇੱਕ ਤਾਂ ਇਹ ਮਾਇਆ ਜਿਹੜੀ ਇਹਨਾਂ ਦੇ ਕੋਲ ਆ ਤਾਂ ਮੋਹਰਾਂ ਨੇ ਇਹ ਵੀ ਰਹਿ ਜਾਣਗੀਆਂ, ਉਧਰ ਉਹਨਾਂ ਦਾ ਇਨਾਮ ਰੱਖਿਆ ਹੋਇਆ ਵਾ ਵੀ ਉਹ ਵੀ ਜਿਹੜਾ ਇਨਾਮ ਰੱਖਿਆ ਵੀ ਸਾਹਿਬਜ਼ਾਦਿਆਂ ਨੂੰ, ਮਾਤਾ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਨੂੰ ਸਾਨੂੰ ਫੜਾਵੇਗਾ, ਉਹਨੂੰ ਇਨਾਮ ਦਿੱਤੇ ਜਾਣਗੇ ਵੀ ਇਹ ਮੋਹਰਾਂ ਵੀ ਕੋਲ ਰਹਿ ਜਾਣਗੀਆਂ ਤੇ ਉਧਰੋਂ ਸਰਕਾਰ ਤੋਂ ਵੀ ਇਨਾਮ ਵੱਡਾ ਮਿਲ ਜਾਵੇਗਾ। ਤੇ ਕਹਿਣ ਲੱਗਿਆ ਮਾਤਾ ਗੁਜਰ ਕੌਰ ਨੂੰ, ਮੈਂ ਜਾਣਾ ਹੁਣੇ ਮੋਰਿੰਡੇ ਜਾ ਕੇ। ਤੇ ਮਾਤਾ ਗੁਜਰ ਕੌਰ ਮਿੰਨਤਾਂ ਤਰਲੇ ਕਰ ਰਹੇ ਨੇ ਉਸ ਸਮੇਂ ਗੰਗੂ ਦੇ, ਕਹਿਣ ਲੱਗੀ ਇਹਨਾਂ ਬੱਚਿਆਂ ਤੇ ਤਰਸ ਕਰ ਗੰਗੂਆ, ਇਹ 5 ਤੇ 7 ਸਾਲ ਦੇ ਨੇ ਤੇ ਉਹਨਾਂ ਨੇ ਇਹਨਾਂ ਨੂੰ ਖਤਮ ਕਰ ਦੇਣਾ। ਉਸ ਸਮੇਂ ਮਾਤਾ ਗੁਜਰ ਕੌਰ ਗੰਗੂ ਨੂੰ ਕਹਿ ਰਹੀ ਆ, ਇਹਨਾਂ ਬੱਚਿਆਂ ਤੇ ਕਹਿਰ ਨਾ ਕਮਾ ਗੰਗੂਆ, ਇਹਨਾਂ ਬੱਚਿਆਂ ਤੇ ਕਹਿਰ ਨਾ ਕਮਾ ਗੰਗੂਆ, ਇਹਨਾਂ ਬੱਚਿਆਂ ਤੇ ਕਹਿਰ ਨਾ ਕਮਾ ਗੰਗੂਆ, ਇਹਨਾਂ ਬੱਚਿਆਂ ਤੇ। ਵਾਹਿਗੁਰੂ। ਇਹਨਾਂ ਬੱਚਿਆਂ ਤੇ ਕਹਿਰ ਨਾ ਕਮਾ ਗੰਗੂਆ, ਇਹਨਾਂ ਬੱਚਿਆਂ ਤੇ ਕਹਿਰ ਨਾ ਕਮਾ ਗੰਗੂਆ, ਇਹਨਾਂ ਬੱਚਿਆਂ ਤੇ ਕਹਿਰ ਨਾ ਕਮਾ ਗੰਗੂਆ, ਕਹਿਣ ਲੱਗੇ ਗੰਗੂਆ ਬੱਚਿਆਂ ਤੇ ਕਹਿਰ ਨਾ ਕਰ। ਉਹਨਾਂ ਨੇ ਬਖਸ਼ਣਾ ਨਹੀਂ ਇਹਨਾਂ ਨੂੰ, ਮੇਰੇ ਬੱਚੇ ਨਿਆਣੇ ਬੱਚੇ ਨੇ, ਛੋਟੇ ਲਾਲ ਨੇ, ਕਿਉਂ ਪਾਪ ਕਰਦਾ। ਕਹਿੰਦਾ ਨਹੀਂ ਹੁਣ ਮੈਂ ਮੋਰਿੰਡੇ ਜਾਵਾਂ। ਗੁਰਮੁਖ ਪਿਆਰੇ ਤੇ ਇੱਕ ਗੱਲ ਯਾਦ ਰੱਖਿਓ, ਸਭ ਧਰਮ ਚੰਗੇ ਨੇ, ਹਰ ਇੱਕ ਧਰਮ ਦੇ ਵਿੱਚ ਮਾੜੇ ਇਨਸਾਨ ਹੁੰਦੇ ਨੇ, ਧਰਮ ਕੋਈ ਮਾੜਾ ਨਹੀਂ ਹੁੰਦਾ। ਇੱਥੇ ਇਹ ਨਹੀਂ ਹੈ ਵੀ ਜੇ ਗੰਗੂ ਨੇ ਇਹ ਗਲਤੀ ਕੀਤੀ ਹੈ ਤੇ ਆਪਾਂ ਉਸ ਸਨਾਤਨ ਹਿੰਦੂ ਧਰਮ ਨੂੰ ਮਾੜਾ ਮੰਨਣਾ। ਗੁਰਮੁਖ ਪਿਆਰੋ, ਜਿੱਥੇ ਗੰਗੂ ਸਾਹਿਬਜ਼ਾਦਾ ਨੂੰ ਫੜਾਉਂਦਾ ਤੇ ਉੱਥੇ ਟੋਡਰ ਸੇਠ ਮੱਲ ਮੋਹਰਾਂ ਵਿਛਾ ਕੇ ਸੰਸਕਾਰ ਕਰਦਾ, ਤੇ ਜਿੱਥੇ ਵਜੀਤਾ ਮੁਸਲਮਾਨ ਹੋ ਕੇ ਸਾਹਿਬਜ਼ਾਦੇ ਨੂੰ ਨੀਹਾਂ ਦੇ ਵਿੱਚ ਚਿਣਦਾ ਤੇ ਉੱਥੇ ਮੁਸਲਮਾਨ ਹਾਂ ਦਾ ਨਾਰਾ ਮਲੇਰਕੋਟਲੇ ਦਾ ਨਵਾਬ ਮਾਰਦਾ। ਬੜੇ ਉਹ ਵੀ ਨੇ ਜਿਹੜੇ ਸਿੱਖ ਬਣ ਕੇ ਵੀ ਗੁਰੂ ਦੇ ਸਿੱਖ ਨਹੀਂ ਰਹੇ। ਅੱਜ ਵੀ ਗੁਰਮੁਖ ਪਿਆਰੋ ਧਰਮ ਸਭ ਚੰਗੇ ਨੇ, ਕੋਈ ਧਰਮ ਨਹੀਂ ਮਾੜਾ, ਹਰ ਇੱਕ ਧਰਮ ਦੇ ਵਿੱਚ ਇਨਸਾਨ ਬੰਦੇ ਮਾੜੇ ਹੁੰਦੇ। ਇਸ ਕਰਕੇ ਉਹ ਗੰਗੂ ਨੇ ਪਾਪ ਕੀਤਾ ਤੇ ਜਿਹੜਾ ਕੋਈ ਪਾਪ ਕਰਦਾ ਤੇ ਉਹਦਾ ਫਲ ਗੁਰਮੁਖ ਪਿਆਰੋ ਫਿਰ ਨੂੰ ਮਿਲਦਾ। ਤੇ ਮੋਰਿੰਡੇ ਥਾਣੇ ਦੇ ਵਿੱਚ ਚਲਿਆ ਗਿਆ, ਜਾ ਕੇ ਇਤਲਾਹ ਦਿੱਤੀ। ਉਸ ਸਮੇਂ ਗੁਰਮੁਖ ਪਿਆਰੋ ਜਾਨੀ ਖਾਂ ਤੇ ਮਾਨੀ ਖਾਂ ਇਹ ਦੋ ਆਏ ਨੇ ਸਾਹਿਬਜ਼ਾਦਾ ਨੂੰ ਕਰਨ ਵਾਸਤੇ। ਜਾ ਕੇ ਕਿਹਾ ਆਓ ਮੇਰੇ ਘਰ ਨੇ ਸਾਹਿਬਜ਼ਾਦੇ। ਇਹ ਨਹੀਂ ਕਿਹਾ ਵੀ ਮੈਂ ਲੈ ਕੇ ਆਇਆ ਸੀ, ਕਹਿੰਦਾ ਮੈਂ ਫੜ ਕੇ ਲੈ ਕੇ ਆਇਆ, ਮੇਰੇ ਘਰ ਨੇ, ਆ ਜਾਓ, ਸਰਕਾਰ ਦੇ ਬਾਗੀ ਨੇ, ਮੇਰੇ ਘਰ ਨੇ, ਉਹਨੂੰ ਲੈ ਕੇ ਜਾਓ ਫੜ ਕੇ। ਤੇ ਗੁਰਮੁਖ ਪਿਆਰੋ ਉਹ ਆਏ ਫੜਨ ਵਾਸਤੇ। ਇਤਿਹਾਸਕਾਰ, ਬਹੁਤੇ ਇਤਿਹਾਸਕਾਰਾਂ ਨੇ ਲਿਖਿਆ, ਕਈ ਤਾਂ ਇਹ ਲਿਖਦੇ ਨੇ ਵੀ ਗੱਡਿਆਂ ਦੇ ਵਿੱਚ ਬਿਠਾ ਕੇ ਰੱਥਾਂ ਦੇ ਵਿੱਚ ਲੈ ਕੇ ਗਏ, ਪਰ ਨਹੀਂ, ਸਰਕਾਰ ਕਦੇ ਵੀ ਗੁਰਮੁਖ ਪਿਆਰਿਓ ਕੋਈ ਬਾਗੀ ਹੋਵੇ ਸਰਕਾਰ ਦਾ, ਉਹਨੂੰ ਗੱਡਿਆਂ ਦੇ ਵਿੱਚ ਜਾਂ ਰੱਥਾਂ ਦੇ ਵਿੱਚ ਨਹੀਂ ਬਿਠਾ ਕੇ ਲੈ ਕੇ ਜਾਂਦੇ।
ਉਹ ਤਾਂ ਜ਼ੁਲਮ ਕਰ ਰਹੇ ਸੀ ਬੱਚਿਆਂ ਦੇ ਉੱਪਰ। ਇਤਿਹਾਸਕਾਰ ਕਈ ਤਾਂ ਇਹ ਲਿਖਦੇ ਨੇ ਵੀ ਜਿਹੜੀਆਂ ਖੱਚਰਾਂ ਸੀ ਉਹਨਾਂ ਦੇ ਦੋਵੇਂ ਪਾਸੇ ਖੁਰਜੀਆਂ ਬਣਾਈਆਂ ਹੋਈਆਂ ਸੀ। ਜਿਵੇਂ ਆਪਾਂ ਦੇਖਦੇ ਨਾ ਆਪਣੇ ਇੰਡੀਆ ਪਿੰਡਾਂ ਦੇ ਵਿੱਚ ਸਬਜ਼ੀ ਵੇਚਣ ਵਾਲੇ ਆਉਂਦੇ ਨੇ ਸਾਈਕਲਾਂ ਦੇ ਉੱਪਰ, ਉਹਨਾਂ ਦੇ ਦੋਨੇ ਪਾਸੇ ਖੁਰਜੀਆਂ ਬਣਾਈਆਂ ਹੁੰਦੀਆਂ ਨੇ। ਇਸ ਤਰ੍ਹਾਂ ਕਹਿੰਦੇ ਖੁਰਜੀਆਂ ਬਣਾਈਆਂ ਹੋਈਆਂ ਸੀ, ਉਹ ਖੱਚਰਾਂ ਦੇ ਉੱਪਰ ਪਾਈਆਂ ਹੋਈਆਂ। ਕਈ ਤਾਂ ਇਹ ਲਿਖਦੇ ਨੇ ਵੀ ਉਹਨਾਂ ਖੁਰਜੀਆਂ ਦੇ ਵਿੱਚ ਇੱਕ ਪਾਸੇ ਬਾਬਾ ਫਤਿਹ ਸਿੰਘ ਨੂੰ ਪਾ ਲਿਆ ਤੇ ਇੱਕ ਪਾਸੇ ਬਾਬਾ ਜ਼ੋਰਾਵਰ ਸਿੰਘ ਨੂੰ ਪਾਇਆ। ਤੇ ਮਾਤਾ ਜੀ ਨੂੰ, ਮਾਤਾ ਗੁਜਰ ਕੌਰ ਜੀ ਦੀ ਉਮਰ ਵੇਖ ਲਓ ਕਿੰਨੀ ਆ, ਤੇ ਗੁਰਮੁਖ ਪਿਆਰਿਓ ਮਾਤਾ ਜੀ ਨੂੰ ਤੋੜ ਕੇ ਲੈ ਕੇ ਜਾਂਦੇ ਨੇ। ਕਈ ਇਤਿਹਾਸਕਾਰ ਇਹ ਵੀ ਦੱਸਦੇ ਨੇ ਵੀ ਸਾਹਿਬਜ਼ਾਦਿਆਂ ਨੂੰ ਤੋੜ ਕੇ ਲੈ ਕੇ ਜਾਂਦੇ ਨੇ ਤੇ ਮਾਤਾ ਜੀ ਦੇ ਮੂੰਹ ਦੇ ਉੱਪਰ ਮਿਰਚਾਂ ਵਾਲੀ ਬੋਰੀ ਪਾ ਦਿੱਤੀ ਹੈ। ਇਤਿਹਾਸਕਾਰ ਇਹ ਵੀ ਦੱਸਦੇ ਇਸ ਤਰ੍ਹਾਂ ਦੇ ਤਸੀਹੇ ਦੇ ਕੇ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾ ਰਹੇ। ਮੁਰਿੰਡੇ ਥਾਣੇ ਦੇ ਵਿੱਚ ਲੈ ਕੇ ਗਏ ਤੇ ਉੱਥੇ ਗੁਰਮੁਖ ਪਿਆਰਿਓ ਗੁਰਦੁਆਰਾ ਕੋਤਵਾਲੀ ਸਾਹਿਬ ਬਣਿਆ ਹੋਇਆ ਜਿੱਥੇ ਸਾਹਿਬਜ਼ਾਦਿਆਂ ਨੂੰ ਰੱਖਿਆ ਸੀ। ਉੱਥੋਂ ਫਿਰ 10 ਕੋਹ ਨੂੰ ਅੱਗੇ ਸਰਹੰਦ ਫਤਿਹਗੜ੍ਹ ਸਾਹਿਬ ਲੈ ਕੇ ਗਏ ਨੇ। ਫਤਿਹਗੜ੍ਹ ਸਾਹਿਬ ਸਾਹਿਬਜ਼ਾਦਿਆਂ ਦੇ ਨਾਮ ਦੇ ਉੱਪਰ ਪਿਆ, ਪਹਿਲਾਂ ਨੂੰ ਸਰਹੰਦ ਕਿਹਾ ਜਾਂਦਾ ਸੀ। ਸਰਹੰਦ ਜਦੋਂ ਲੈ ਕੇ ਗਏ ਨੇ ਸਾਹਿਬਜ਼ਾਦਿਆਂ ਨੂੰ, ਵਜੀਦਾ ਜਿਹੜਾ ਸੀ ਉਹ ਇਧਰੋਂ ਚਮਕੌਰ ਸਾਹਿਬ ਤੋਂ ਗਿਆ ਸੀ ਵਾਪਸ। ਵੱਡੇ ਸਾਹਿਬਜ਼ਾਦੇ ਉਹਨਾਂ ਦੇ ਹੱਥ ਨਹੀਂ ਆਏ, ਨਾ ਕਲਗੀਆਂ ਵਾਲੇ ਪਾਤਸ਼ਾਹਾਂ ਦੇ ਹੱਥ ਆਏ। ਮਨ ਦੇ ਵਿੱਚ ਬੜਾ ਗੁੱਸਾ ਹੈ, ਅੰਦਰੋਂ ਸੜਿਆ ਬਲਿਆ ਪਿਆ ਹੈ, ਕਿਉਂਕਿ ਅੱਗੇ ਵੱਡੀ ਦਿੱਲੀ ਦੀ ਸਰਕਾਰ ਤੋਂ ਨਾਮ ਮਿਲਣਾ ਸੀ, ਹੁਣ ਉਹ ਨਹੀਂ ਮਿਲੇਗਾ। ਵੱਡੇ ਸਾਹਿਬਜ਼ਾਦੇ ਹੱਥ ਨਹੀਂ ਆਏ, ਮਹਾਰਾਜ ਵੀ ਹੱਥ ਨਹੀਂ ਆਏ, ਸੜਿਆ ਬਲਿਆ ਪਿਆ ਅੰਦਰੇ ਅੰਦਰ ਮੱਚ ਰਿਹਾ ਸੀ, ਕ੍ਰੋਧ ਦੇ ਵਿੱਚ ਹੈ। ਤੇ ਉਸ ਸਮੇਂ ਗੁਰਮੁਖ ਪਿਆਰਿਓ ਜਦੋਂ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਗ੍ਰਿਫਤਾਰ ਕਰਕੇ ਲੈ ਕੇ ਆਏ ਨੇ, ਖੁਸ਼ ਹੋ ਗਿਆ ਸੁਣ ਕੇ ਖਬਰ। ਕਹਿੰਦਾ ਹੁਣ ਦੇਖਾਂਗਾ, ਕਹਿੰਦਾ ਬੱਚਿਆਂ ਦਾ ਮੋਹ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਆਊਗਾ ਨਾ ਹੁਣ। ਕਹਿੰਦਾ ਇਹ ਬੱਚੇ ਨੇ, ਜਦੋਂ ਬੱਚੇ ਤੇ ਮਾਂ ਨੂੰ ਮੈਂ ਗ੍ਰਿਫਤਾਰ ਕਰ ਲਿਆ, ਹੁਣ ਇਹਨਾਂ ਦਾ ਮੋਹ ਤਾਂ ਜਾਗੂਗਾ ਨਾ, ਉਹਦੇ ਮਨ ਦੇ ਵਿੱਚ ਆਊਗਾ ਇਹਨਾਂ ਨੂੰ ਲੈਣ ਵਾਸਤੇ। ਤੇ ਗੁਰਮੁਖ ਪਿਆਰਿਓ ਉਸ ਸਮੇਂ ਪੁੱਛਣਾ ਕੀਤਾ ਵੀ ਕਿੱਥੇ ਰੱਖੀ ਇਹਨਾਂ ਨੂੰ। ਕਹਿੰਦਾ ਠੰਡੇ ਬੁਰਜ ਦੇ ਵਿੱਚ ਰੱਖੋ। ਇਹ ਠੰਡਾ ਬੁਰਜ ਗੁਰਮੁਖ ਪਿਆਰਿਓ ਉਸ ਸਮੇਂ ਦੇ ਕੋਲ ਦੀ ਪਾਣੀ ਵਗਦਾ ਸੀ, ਕਹਿੰਦੇ ਇਤਿਹਾਸਕਾਰ ਇਹ ਲਿਖਦੇ ਨੇ। ਇਹ ਠੰਡਾ ਬੁਰਜ ਇਸ ਤਰ੍ਹਾਂ ਕਹਿੰਦੇ ਬਣਿਆ ਹੋਇਆ ਸੀ, ਗਰਮੀਆਂ ਦੇ ਦਿਨਾਂ ਦੇ ਵਿੱਚ ਉੱਥੇ ਠੰਡ ਲੱਗਦੀ ਸੀ। ਇਹ ਵਜੀਦਾ ਆਪ ਗਰਮੀਆਂ ਦੇ ਦਿਨਾਂ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਬੈਠਦਾ ਹੁੰਦਾ ਸੀ। ਤੇ ਗੁਰਮੁਖ ਪਿਆਰਿਓ ਹੁਣ ਪੋਹ ਮਾਘ ਦਾ ਮਹੀਨਾ, ਪੋਹ ਦਾ ਮਹੀਨਾ, ਤੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਉਸ ਠੰਡੇ ਬੁਰਜ ਦੇ ਵਿੱਚ ਇਹਨਾਂ ਨੇ ਕੈਦ ਕੀਤਾ। ਤੇ ਉਧਰੋਂ ਥੱਲਿਓਂ ਹਵਾ ਠੰਡੀ ਵਗਦੀ ਹੈ, ਉੱਚੇ ਥਾਂ ਦੇ ਉੱਪਰ ਬੁਰਜ, ਆਪਾਂ ਤੁਹਾਡੇ ਚੋਂ ਦਰਸ਼ਨ ਕਰੇ ਹੋਣਗੇ ਠੰਡੇ ਬੁਰਜ ਦੇ, ਜਿਹੜੇ ਫਤਿਹਗੜ੍ਹ ਸਾਹਿਬ ਗਏ ਹੋਣਗੇ, ਕਿੰਨੀ ਉੱਚੀ ਜਗ੍ਹਾ ਦੇ ਉੱਪਰ ਹੈ। ਤੇ ਗੁਰਮੁਖ ਪਿਆਰਿਓ ਉੱਥੇ ਸਾਹਿਬਜ਼ਾਦਿਆਂ ਨੂੰ ਉੱਪਰ ਠੰਡੇ ਬੁਰਜ ਦੇ ਵਿੱਚ ਰੱਖਿਆ, ਹਵਾ ਚੱਲਦੀ ਹੈ ਠੰਡੀ। ਤੇ ਫਿਰ ਕਹਿੰਦੇ 11 ਪੋਹ ਦਾ ਦਿਨ ਜਦੋਂ ਚੜ੍ਹਦਾ ਤੇ ਕਚਹਿਰੀ ਲੱਗਦੀ ਹੈ। ਵਜੀਦੇ ਨੇ ਕਿਹਾ ਵੀ ਸਾਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਵੇ। ਉਸ ਸਮੇਂ ਸਿਪਾਹੀ ਭੇਜੇ ਗਏ, ਮਾਤਾ ਜੀ ਦੇ ਕੋਲ ਆਏ, ਆ ਕੇ ਕਹਿਣ ਲੱਗੇ ਇਹਨਾਂ ਬੱਚਿਆਂ ਨੂੰ ਅਸੀਂ ਲੈ ਕੇ ਜਾਣਾ, ਇਹਨਾਂ ਦੀ ਪੇਸ਼ੀ ਆ। ਮਾਤਾ ਜੀ ਕਹਿਣ ਲੱਗੇ ਵੀ ਇਹਨਾਂ ਨੇ ਕੋਈ ਕਸੂਰ ਨਹੀਂ ਕੀਤਾ, ਪੇਸ਼ੀ ਕਾਹਦੀ।
हैरानी की गल है भी 5 ते 7 साल के बच्चों की पेशी होवे। आप भी किते देखा कि कचहरियों के विच गुरमुख प्यारे जज के मूहरे 5 साल का बच्चा पेश हो, 5 ते 7 साल के बच्चों कह लगे जी पेशी है, लैके जाना इन्हों बच्चों ते माता गुजर कौर अपने बच्चों को सिक्ख्या दी है। ते गुरमुख प्यारे सिक्ख्या दे के माता जी ने साहिबजादियां को तोड़ दिता सिपाहियों के नाल। सिपाही चले गए ने लेके कचहरी दे विच। उस समय सिपाही कहते जाते ने बच्चों साहिबजादियां नूं कि तुसीं जदों जाके कचहरी दे विच पेश होना झुक के सलाम करियो। सलाम करनी झुक के, पूरा सिखा रहे ने बच्चों को। पर साहिबजादे गुरमुख प्यारे सिर मारते जा रहे हैं नाल, छोटे छोटे 5-7 साल के बच्चे। ते जदों कचहरी दे विच गए ते उस समय गुरमुख प्यारे साहिबजादियां ने गज के उच्ची देने फतेह बुला दी है। हैरान हो के निकले भी इन्हों डर नहीं कोई। छोटे छोटे बच्चों फतेह गजा दी उच्ची देने। सब तो पहला गुरमुख प्यारो लालच देने शुरू कर दिते। हुण अपने बच्चे भी है ना 5-7 साल के, आप इन्होंने कोई चीज़ दे दी, मिठी चीज़ खाण वास्ते, उन्हें तो जो कुछ मर्जी बुलवा लो कह के बच्चे उही बोल देंगे। इन्होंने लालच दे दो, खिडौने लैके दे देने, आप खेडण वास्ते कुछ चीज़ां खेडण वालियां लैके दिंदे आ, ते जो कुछ आप बच्चों को कहने अपने बच्चे अपने मगर बोलते हो। कहते जो पहला बच्चों पहले दिन पेश से गए उन्होंने लालच दे रहे हैं साहिबजादे, उन्होंने खाण वास्ते। हुण वेखो किन्ने दिनां दे भुखे ने, कम्मों मास्की दे कोल प्रसादा सकिया ते गंगू ने की प्रसादा सकाउणा सी घर ले जाके। ना मुंडे थाने दे विच उन्हां नूं कोई चीज़ खाण वास्ते मिली ते किन्ना सफर तय करके सरहद गए। भुखे ने गुरमुख प्यारिओ। उस समय बड़ियां कहंदे मठियाइयां उस समय दियां जो सन उस साहिबजादा दे अगे रखियां भी पहला खाना खाओ रज के, हो सकदा मन जान। पर साहिबजादे नहीं डोले, कुछ भी चीज़ मूँह दे विच नहीं पाई। फिर कहने लगे किन्नियां सोहणियां खेडां खेडण वास्ते ने तुहानूं, ये दिन्ने आ लो। पर गुरमुख प्यारो साहिबजादे नहीं मन्ने, नहीं मन्ने ते साहिबजादियां नूं वापस भेज दिता। कल नूं फिर दोबारा कचहरी लगे। साहिबजादे जाते ने, सिपाही जो छड्ड के आए ते साहिबजादे भज के जाके कहते पौड़ियां चढ़े, माता जी बैठे ने उड़ीकते सन। साहिबजादियां ने अपने बच्चे घरों चले जान, स्कूल जाते ने, किते लेट हो जाना, अपन उड़ीकते हैं ना बच्चों को, साडा बच्चा लेट हो गया आया नहीं। माता जी भी वेख रहे ने बुरज ते बैठे साहिबजादे। ते जदों साहिबजादे आए भज के माता जी के कोल चले गए, जाके माता जी के गल में चुंबड़ ते दस रहे ने साहिबजादे, माता जी बाबा फतेह सिंह जोरावर सिंह, माता जी सानू उन्होंने इस तरह कहा ते असीं उन्होंने आ जवाब दिता। सानू उन्होंने कहा भी झुक के सलाम करनी आ, असीं गज के फतेह बुलाई। माता जी उन्होंने साडे मूहरे बड़ियां चीज़ां रखियां खाण वास्ते, पर असीं मूँह दे विच नहीं कुछ पाया। माता जी बड़िया खिडौने खेडण वास्ते खेडा दिंदे सी, पर असीं कुछ नहीं लिया। माता कहे धन्नो तुसीं मेरे लाल दे पुत्रो, धन। ते गुरमुख प्यारे दूसरा दिन चढ़दा। इतिहासकार इत्थे दसदे ने कि मोती राम मेहरा गुरमुख प्यारे उस साहिबजादियां ते माता गुजर कौर जी नूं बुरज के पिछले पासे की पौड़ी ला के ते गुरमुख प्यारे दुध छका के जांदा रहा। उत्थे अज भी किते फतेहगढ़ साहब जामो
ਤੇ ਉੱਥੇ ਰੇਲ ਗੱਡੀ ਦੀ ਜਿਹੜੀ ਲਾਈਨ ਆ ਉਹ ਲੰਘ ਕੇ ਅਗਲੇ ਪਾਸੇ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਜਿੱਥੇ ਨੀਹਾਂ ਨੇ, ਉੱਥੋਂ ਅਗਲੇ ਦੂਸਰੇ ਪਾਸੇ ਮੋਤੀ ਰਾਮ ਮਹਿਰਾ ਜੀ ਦਾ ਵੀ ਸਥਾਨ ਬਣਿਆ। ਉਹਦੇ ਵੀ ਦਰਸ਼ਨ ਜ਼ਰੂਰ ਕਰਕੇ ਆਇਓ ਕਿਤੇ। ਉੱਥੇ ਉਹ ਦੋਵੇਂ ਗਲਾਸ ਅੱਜ ਵੀ ਰੱਖੇ ਹੋਏ ਨੇ, ਜਿਨ੍ਹਾਂ ਗਲਾਸਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਜਾਂਦਾ ਸੀ। ਉਹ ਗਲਾਸ ਅੱਜ ਵੀ ਉੱਥੇ ਮੌਜੂਦ ਨੇ। ਬੜੀ ਵੱਡੀ ਕੁਰਬਾਨੀ ਮੋਤੀ ਰਾਮ ਮਹਿਰੇ ਦੀ। ਦੁੱਧ ਪਿਆਉਂਦੇ ਸੀ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ, ਤੇ ਸਜ਼ਾ ਬੜੀ ਵੱਡੀ ਦਿੱਤੀ ਹੈ। ਕੀ ਸਜ਼ਾ ਸੀ? ਸਾਰਾ ਪਰਿਵਾਰ ਕੋਲੂ ਦੇ ਵਿੱਚ ਦੀ ਪੀੜਤਾ ਸੀ। ਮੋਤੀ ਰਾਮ ਮਹਿਰੇ ਦਾ ਸਾਰਾ ਪਰਿਵਾਰ, ਜਿਵੇਂ ਆਪਾਂ ਗੰਨਾ ਪੀੜਦੇ ਨਾ ਘਲਾੜੀ ਵਿੱਚ ਦੀ, ਇਸ ਤਰ੍ਹਾਂ ਮੋਤੀ ਰਾਮ ਮਹਿਰੇ ਦੇ ਪਰਿਵਾਰ ਨੂੰ, ਸਾਰੇ ਨੂੰ ਇਹ ਦੁੱਧ ਪਿਆਉਣ ਦੀ ਸਜ਼ਾ ਦਿੱਤੀ ਸੀ। ਸਾਹਿਬਜ਼ਾਦਿਆਂ ਨੂੰ ਕੋਲੂ ਦੇ ਵਿੱਚ ਦੀ ਲੰਘਾ ਦਿੱਤਾ ਸੀ ਸਾਰਾ ਪਰਿਵਾਰ। ਬੜੀ ਵੱਡੀ ਕੁਰਬਾਨੀ ਆ ਮੋਤੀ ਰਾਮ ਮਹਿਰੇ। ਜਿਹਦੇ ਕਿਤੇ ਫਤਿਹਗੜ੍ਹ ਸਾਹਿਬ ਜਾਣ ਦਾ ਸਮਾਂ ਮਿਲਿਆ, ਉੱਥੇ ਵੀ ਜ਼ਰੂਰ ਦਰਸ਼ਨ ਕਰਕੇ ਆਏ। ਸੋ ਇਸ ਤਰ੍ਹਾਂ ਕਰਕੇ ਮੋਤੀ ਰਾਮ ਮਹਿਰਾ ਰੋਜ਼ਾਨਾ ਆ ਕੇ ਜਿੰਨੇ ਦਿਨ ਮਾਤਾ ਜੀ ਗੁਰਦ ਦੇ ਵਿੱਚ ਰਹੇ, 2 ਦਿਨ 11 ਪੋਹ ਦੀ ਰਾਤ ਤੇ 12 ਪੋਹ ਦੀ ਰਾਤ, ਤੇ ਗੁਰਮੁਖ ਪਿਆਰਿਓ ਦੁੱਧ ਸੁਕਾ ਕੇ ਜਾਂਦਾ ਰਿਹਾ। ਹੁਣ 12 ਪੋਹ ਦਾ ਦਿਨ ਚੜ੍ਹਦਾ, ਕਚਹਿਰੀ ਲੱਗਦੀ ਆ। ਫੇਰ ਸਾਹਿਬਜ਼ਾਦਿਆਂ ਨੂੰ ਬੁਲਾਇਆ। ਹੁਣ ਕਹਿੰਦੇ ਨੇ ਵੀ ਸਲਾਮ ਕਰਿਓ, ਸਾਹਿਬਜ਼ਾਦੇ ਨਹੀਂ ਮੰਨੇ। ਫਿਰ ਉਹਨਾਂ ਨੇ ਇੱਕ ਜੁਗਤ ਬਣਾਈ। ਕਚਹਿਰੀ ਦਾ ਵੱਡਾ ਗੇਟ ਜਿੱਥੇ ਕਚਹਿਰੀ ਲੱਗਦੀ ਸੀ ਉਹ ਬੰਦ ਕਰ ਦਿੱਤਾ ਜਾਵੇ। ਛੋਟੀ ਟਾਕੀ ਜਿਹੜੀ ਸੀ, ਛੋਟਾ ਗੇਟ ਸੀ, ਉਹ ਖੋਲ ਦਿੱਤਾ। ਜਿੱਥੋਂ ਦੀ ਗੁਰਮੁਖ ਪਿਆਰੋ ਬੜਾ ਨੀਵਾਂ ਹੋ ਕੇ ਲੰਘਣਾ ਪੈਂਦਾ ਸੀ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਲਾਲ ਨੇ, ਤੇ ਉਹ ਕਹਿੰਦੇ ਜਾ ਰਹੇ ਨੇ ਵੀ ਝੁਕ ਕੇ ਸਲਾਮ ਕਰਨੀ ਆ। ਸਾਹਿਬਜ਼ਾਦੇ ਗੁਰਮੁਖ ਪਿਆਰਿਓ ਗਏ ਤੇ ਵੱਡਾ ਗੇਟ ਬੰਦ ਦੇਖਿਆ। ਸਾਹਿਬਜ਼ਾਦੇ ਵੀ ਸਮਝ ਗਏ ਜੀ। ਤੇ ਪਹਿਲਾਂ ਗੁਰਮੁਖ ਪਿਆਰਿਓ ਆਪਾਂ ਨਿਮ ਕੇ ਸਿਰ ਲਗਾਉਂਦੇ ਆ, ਪਰ ਸਾਹਿਬਜ਼ਾਦਿਆਂ ਨੇ ਪਹਿਲਾਂ ਆਪਣੇ ਪੈਰ ਲੰਘਾਏ। ਤੇ ਗੁਰਮੁਖ ਪਿਆਰਿਓ ਸਾਹਿਬਜ਼ਾਦਿਆਂ ਨੇ ਜਦੋਂ ਆਪਣੇ ਚਰਨ ਪਹਿਲਾਂ ਪਾਏ, ਪੈਰ ਪਹਿਲਾਂ ਪਾਏ ਕਚਹਿਰੀ ਦੇ ਵਿੱਚ, ਤੇ ਉਹਨਾਂ ਨੂੰ ਤਾਂ ਐ ਸੀ ਵੀ ਜਦੋਂ ਨਿਉ ਕੇ ਅੰਦਰ ਵੜਨਗੇ ਆਪਾਂ ਤਾੜੀਆਂ ਮਾਰ ਕੇ ਇਹ ਕਹਿ ਲਵਾਂਗੇ ਵੀ ਸਾਡੇ ਮੂਹਰੇ ਨਿਮ ਕੇ ਆ ਗਏ ਨੇ, ਇਸਲਾਮ ਨੂੰ ਕਬੂਲ ਕਰ ਲਿਆ। ਪਰ ਸਾਹਿਬਜ਼ਾਦੇ ਨਿਵੇਂ ਨਹੀਂ, ਪਹਿਲਾਂ ਪੈਰ ਲੰਘਾਏ ਤੇ ਫੇਰ ਗੁਰਮੁਖ ਪਿਆਰੇ ਸਾਹਿਬਜ਼ਾਦੇ ਕਚਹਿਰੀ ਦੇ ਅੰਦਰ ਪੇਸ਼ ਹੋਏ। ਕਚਹਿਰੀ ਲੱਗੀ ਆ, ਸੁੱਚਾ ਆਨੰਦ ਵਰਗੇ ਬੈਠੇ ਨੇ, ਮਲੇਰਕੋਟਲੇ ਵਾਲਾ ਨਵਾਬ ਬੈਠਾ, ਹੋਰ ਮੰਤਰੀ ਸੰਤਰੀ ਬੈਠੇ ਨੇ ਗੁਰਮੁਖ ਪਿਆਰੇ ਉਸ ਸਮੇਂ। ਫਿਰ ਕਹਿਣ ਲੱਗੇ ਨੇ ਸਾਹਿਬਜ਼ਾਦਿਓ ਮੰਨ ਜਾਓ, ਇਸਲਾਮ ਨੂੰ ਕਬੂਲ ਕਰ ਲਓ। ਕਹਿਣ ਲੱਗੇ ਤੁਹਾਡੇ ਪਿਤਾ ਨੂੰ ਅਸੀਂ ਮਾਰ ਦਿੱਤਾ। ਬਾਬਾ ਜੋਰਾਵਰ ਸਿੰਘ ਕਹਿਣ ਲੱਗੇ ਸਾਡੇ ਪਿਤਾ ਨੂੰ ਮਾਰਨ ਵਾਲਾ ਨਹੀਂ ਅਜੇ ਜੰਮਿਆ, ਤੂੰ ਨਹੀਂ ਸਾਡੇ ਪਿਤਾ ਨੂੰ ਮਾਰ ਸਕਦਾ। ਕਹਿਣ ਲੱਗੇ ਤੁਹਾਡੇ ਭਰਾਵਾਂ ਨੂੰ ਅਸੀਂ ਮਾਰ ਦਿੱਤਾ। ਬਾਬਾ ਜੋਰਾਵਰ ਫਤਿਹ ਸਿੰਘ ਕਹਿਣ ਲੱਗੇ ਤੁਸੀਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰ ਲਏ ਪਿਆਂ ਦੇ, ਜੇ ਤੁਹਾਡੇ ਹੱਥੋਂ ਮਰ ਵੀ ਗਏ ਫਿਰ ਵੀ ਤੁਸੀਂ ਤੁਹਾਨੂੰ ਉਹਨਾਂ ਦੇ ਦਰਸ਼ਨ ਕੀਤੇ ਨੇ ਸਾਡੇ ਭਰਾਵਾਂ ਦੇ। ਸੁੱਚਾ ਆਨੰਦ ਕਹਿਣ ਲੱਗਿਆ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇਗਾ ਕੀ ਕਰੋਗੇ? ਕਹਿੰਦੇ ਅਸੀਂ ਇੱਥੋਂ ਜਾਵਾਂਗੇ ਆਪਣੇ ਪਿਤਾ ਜੀ ਦੇ ਕੋਲ ਜੰਗਲਾਂ ਦੇ ਵਿੱਚ, ਤੇ ਫਿਰ ਸਿੰਘ ਇਕੱਠੇ ਕਰਾਂਗੇ, ਘੋੜੇ ਤੇ ਚੜ ਕੇ ਆਵਾਂਗੇ, ਤੇਰੇ ਵੱਢ ਕੇ 2 ਟੋਟੇ ਕਰਾਂਗੇ। ਇਹ ਬਚਪਨ ਸਾਹਿਬਜ਼ਾਦਿਆਂ ਨੇ ਕਹੇ। ਛੋਟੀਆਂ ਛੋਟੀਆਂ ਆਵਾਜ਼ਾਂ ਸਾਹਿਬਜ਼ਾਦਿਆਂ ਦੀਆਂ। ਉਮਰ ਦੇਖੋ 5 ਤੇ 7 ਸਾਲ ਦੀ ਹੈ। ਫਿਰ ਉਸ ਸਮੇਂ ਸੁੱਚਾ ਆਨੰਦ ਨੇ ਕਿਹਾ, ਕਹਿੰਦਾ ਸੱਪ ਦੇ ਬੱਚੇ ਕਦੇ ਮਿੱਤ ਨਹੀਂ ਹੁੰਦੇ, ਭਾਵੇਂ ਚੂੜੀਆਂ ਦੁੱਧ ਪਿਆਈਏ। ਕਹਿਣ ਲੱਗੇ ਇਹਨਾਂ ਨੂੰ ਹੁਣੇ ਹੀ ਇੱਥੇ ਖਤਮ ਕਰ ਦੇਣਾ ਚਾਹੀਦਾ। ਫਿਰ ਵਜੀਦਾ ਕਹਿਣ ਲੱਗਿਆ ਕੋਟਲਾ ਮਲੇਰਕੋਟਲੇ ਦੇ ਨਵਾਬ ਨੂੰ, ਸ਼ੇਰ ਖਾਨ ਨੂੰ ਕਹਿਣ ਲੱਗਿਆ ਤੂੰ ਆਪਣੇ ਭਰਾ ਦਾ ਬਦਲਾ ਲੈ ਲਾ। ਤੇਰੇ ਭਰਾ ਨੂੰ ਇਹਨਾਂ ਦੇ ਪਿਓ ਨੇ
ਚਮਕੌਰ ਦੀ ਗੜੀ ਦੇ ਵਿੱਚ ਮਾਰਿਆ। ਤੇ ਉਸ ਸਮੇਂ ਨਵਾਬ ਉੱਠ ਖੜਿਆ ਸੀ। ਉਹ ਕਹਿਣ ਲੱਗਿਆ ਜੇ ਮੈਂ ਬਦਲਾ ਲੈਣਾ ਹੋਵੇਗਾ ਤੇ ਇਹਨਾਂ ਦੇ ਪਿਓ ਨਾਲ ਦੋ ਹੱਥ ਕਰਕੇ ਲਵਾਂਗਾ। ਇਹਨਾਂ ਮਾਸੂਮਾਂ ਦਾ ਕੀ ਕਸੂਰ ਆ, ਇਹਨਾਂ ਤੋਂ ਮੈਂ ਬਦਲਾ ਨਹੀਂ ਲਵਾਂ। ਇਸੇ ਕਰਕੇ ਅੱਜ ਮਲੇਰਕੋਟਲਾ ਰਿਆਸਤ ਬਚੀ ਹੋਈ ਹੈ ਤੇ ਗੁਰਮੁਖ ਪਿਆਰਿਓ ਉੱਥੇ ਅੱਜ ਵੀ ਮੁਸਲਮਾਨ ਮਸੀਤਾਂ ਕਾਇਮ ਨੇ। ਮਲੇਰਕੋਟਲੇ ਦੇ ਵਿੱਚ ਉਹਨੇ ਹਾਂ ਦਾ ਨਾਰਾ ਮਾਰਿਆ। ਸਾਹਿਬਜ਼ਾਦਿਆਂ ਨੂੰ ਬੜੇ ਲਾਲਚ ਦੇ ਰਹੇ ਨੇ। ਕਹਿਣ ਲੱਗੇ ਤੁਹਾਨੂੰ ਵੱਡੇ ਕਰਾਂਗੇ, ਇਸਲਾਮ ਨੂੰ ਕਬੂਲ ਕਰ ਲਵੋ। ਤੇ ਸੂਬਾ ਕਹਿ ਰਿਹਾ ਵਾ ਸਾਹਿਬਜ਼ਾਦਿਆਂ ਨੂੰ ਕਿ ਤੁਹਾਡੇ ਜਦੋਂ ਤੁਸੀਂ ਵੱਡੇ ਹੋ ਜਾਵੋਗੇ ਤੁਹਾਨੂੰ ਵੱਡੇ ਵੱਡੇ ਮਹਿਲ ਪਾ ਕੇ ਦਿੱਤੇ ਜਾਣਗੇ। ਤੇ ਨਹੀਂ ਤੁਹਾਨੂੰ ਹੂਰਾਂ ਦੇ ਡੋਲੇ ਦਿੱਤੇ ਜਾਣਗੇ, ਬੜੀਆਂ ਸੁੰਦਰ ਲੜਕੀਆਂ ਦੇ ਨਾਲ ਤੁਹਾਡੀ ਸ਼ਾਦੀ ਕੀਤੀ ਜਾਵੇਗੀ। ਤੁਸੀਂ ਮੰਨ ਜਾਓ, ਇਸਲਾਮ ਨੂੰ ਕਬੂਲ ਕਰ ਲਵੋ। ਸਾਹਿਬਜ਼ਾਦੇ ਕਹਿਣ ਲੱਗੇ ਅਸੀਂ ਇਸਲਾਮ ਨੂੰ ਕਬੂਲ ਨਹੀਂ ਕਰਨਾ। ਉਹ ਕਹਿਣ ਲੱਗੇ ਤੁਹਾਨੂੰ ਮਾਰ ਦਿੱਤਾ ਜਾਵੇਗਾ। ਸਾਹਿਬਜ਼ਾਦੇ ਕਹਿੰਦੇ ਕੋਈ ਗੱਲ ਨਹੀਂ, ਖਤਮ ਕਰ ਦਿਓ, ਮਾਰ ਦਿਓ, ਪਰ ਅਸੀਂ ਇਸਲਾਮ ਨੂੰ ਕਬੂਲ ਨਹੀਂ ਕਰਨਾ। ਤੇ ਗੁਰਮੁਖ ਪਿਆਰਿਓ ਵਜੀਦਾ ਬੜੀਆਂ ਮਿਹਨਤਾਂ ਸਾਹਿਬਜ਼ਾਦੇ ਦੀਆਂ ਕਰ ਰਿਹਾ ਹੈ। ਕਿਉਂ ਜਾਨ ਗਵਾਉਂਦੇ ਹੋ ਬੱਚਿਓ, ਮੰਨ ਲੋ ਮੇਰਾ ਕਹਿਣਾ। ਜਾਨ ਗਵਾਉਂਦੇ ਹੋ ਬੱਚਿਓ, ਮੰਨ ਲੋ ਮੇਰਾ ਕਹਿਣਾ। ਕਿਉਂ ਜਾਨ ਗਵਾਉਂਦੇ ਹੋ ਬੱਚਿਓ, ਮੰਨ ਲੋ ਮੇਰਾ ਕਹਿਣਾ। ਜਾਨ ਗਵਾਉਂਦੇ ਹੋ ਬੱਚਿਓ, ਮੰਨ ਲੋ ਮੇਰਾ ਕਹਿਣਾ। ਜਾਨ ਗਵਾਉਂਦੇ ਹੋ ਬੱਚਿਓ, ਮੰਨ ਲੋ ਮੇਰਾ ਕਹਿਣਾ। ਕਿਉਂ ਜਾਨ ਗਵਾਉਂਦੇ ਹੋ ਬੱਚਿਓ, ਮੰਨ ਲੋ ਮੇਰਾ ਫਿਰ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਅਸੀਂ ਧਰਮ ਨਹੀਂ ਛੱਡ ਸਕਦੇ। ਅਸੀਂ ਧਰਮ ਨਹੀਂ ਛੱਡ ਸਕਦੇ। ਸੂਬਿਆ ਕਹਿਣਾ ਜੋ ਕੁਝ ਕਹਿਣਾ। ਅਸੀਂ ਧਰਮ ਨਹੀਂ ਛੱਡ ਸਕਦੇ। ਸੂਬਿਆ ਕਹਿਣਾ ਜੋ ਕੁਝ ਕਹਿਣਾ। ਅਸੀਂ ਧਰਮ ਨਹੀਂ ਛੱਡ ਸਕਦੇ। ਸੂਬਿਆ ਕਹਿਣਾ ਜੋ ਕੁਝ ਕਹਿਣਾ। ਅਸੀਂ ਧਰਮ ਨਹੀਂ ਛੱਡ ਸਕਦੇ। ਸੂਬਿਆ ਕਹਿਣਾ ਜੋ ਕੁਝ ਕਹਿਣਾ। ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ। ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ। ਸੂਬਿਆ ਸਿੱਖੀ ਸਿਦਕ ਵਿੱਚ ਰਹਿਣਾ। ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ। ਸੂਬਿਆ ਸਿੱਖੀ ਸਿਦਕ ਵਿੱਚ ਰਹਿਣਾ। ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ। ਸੂਬਿਆ ਸਿੱਖੀ ਸਿਦਕ ਵਿੱਚ ਰਹਿਣਾ। ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ। ਸੂਬਿਆ ਸਿੱਖੀ ਸਿਦਕ ਵਿੱਚ ਰਹਿਣਾ।
ਜਾਨ ਗਵਾਉਨੇ ਹੋ ਬੱਚੇ ਹੋ ਮੰਨ ਲੋ ਮੇਰਾ ਕਹਿਣਾ ਕਿਉਂ ਜਾਨ ਗਵਾਉਨੇ ਹੋ ਬੱਚੇ ਹੋ ਮੰਨ ਲੋ ਮੇਰਾ ਕਹਿਣਾ ਕਾਹਤੋਂ ਜਾਣ ਗਵਾਉਂਦੇ ਹੋ ਤੁਹਾਨੂੰ ਬੜੇ ਸੁੱਖ ਦਿੱਤੇ ਜਾਣਗੇ। ਗੁਰਮੁਖ ਪਿਆਰਿਓ ਉੱਥੇ ਸੰਤੋਖ ਦੀ ਗੱਲ ਸੀ। ਅੱਜ ਉਹਨਾਂ ਨੂੰ ਇਸੇ ਕਰਕੇ ਯਾਦ ਕੀਤਾ ਜਾਂਦਾ 5 ਤੇ 7 ਸਾਲ ਦੇ ਨੂੰ ਬਾਬੇ ਕਹਿ ਕੇ ਯਾਦ ਕਰਦੇ ਆ। ਇਸੇ ਕਰਕੇ ਉਹਨੂੰ ਬਾਬੇ ਕਿਹਾ ਜਾਂਦਾ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਅੰਦਰ ਸੰਤੋਖ ਸੀ ਗੁਰਮੁਖ ਪਿਆਰਿਓ। ਬਾਕੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਖੂਨ ਉਹਨਾਂ ਦੀਆਂ ਰਗਾਂ ਵਿੱਚ। ਇਸ ਕਰਕੇ ਗੁਰਮੁਖ ਪਿਆਰਿਓ ਇਸਲਾਮ ਨਹੀਂ ਕਬੂਲ ਕਰਨਾ। ਕਹਿਣ ਲੱਗੇ ਇਹਨਾਂ ਤੇ ਫਤਵਾ ਲਾਓ। ਕਾਜ਼ੀ ਨੂੰ ਬੁਲਾਇਆ, ਕਹਿਣ ਲੱਗੇ ਫਤਵਾ ਲਾਓ। ਮੁਸਲਮਾਨ ਸਰਾ ਦੇ ਉਲਟ ਸੀ ਤੇ ਗੁਰਮੁਖ ਪਿਆਰਿਓ ਉਸ ਸਮੇਂ ਫਤਵਾ ਕੀ ਲਾਤਾ, ਕਹਿੰਦੇ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇ। ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿਓ। ਇਹ ਫਤਵਾ ਲਾ ਦਿੱਤਾ ਤੇ ਕੱਲ ਨੂੰ ਕਹਿੰਦੇ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦੇਣਾ। ਸਾਹਿਬਜ਼ਾਦੇ ਫੇਰ 12 ਕੋਹ ਨੂੰ ਮਾਤਾ ਜੀ ਦੇ ਕੋਲ ਚਲੇ ਗਏ। ਮਾਤਾ ਗੁਜਰ ਕੌਰ ਜੀ ਨੂੰ ਸਾਰਾ ਬਰਤਾਂਤ ਜੋ ਵੀ ਕਚਹਿਰੀ ਦੇ ਵਿੱਚ ਹੋਇਆ ਦੱਸਿਆ। ਮਾਤਾ ਜੀ ਸੂਬੇ ਨੇ ਸਾਨੂੰ ਇਸ ਤਰ੍ਹਾਂ ਕਿਹਾ ਇਸਲਾਮ ਕਬੂਲ ਕਰਨ ਵਾਸਤੇ, ਅਸੀਂ ਨਹੀਂ ਮੰਨਣਾ। ਗੁਰਮੁਖ ਪਿਆਰੇ ਇੱਥੇ ਇਤਿਹਾਸਕਾਰ ਇਹ ਵੀ ਦੱਸਦੇ ਨੇ, ਕਹਿੰਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਤਸੀਹੇ ਦਿੱਤੇ ਗਏ, ਉਹਨਾਂ ਦੇ ਪਲੀਤੇ ਲਾਏ ਗਏ। ਕਹਿੰਦੇ ਆ ਜਿਹੜੀਆਂ ਹੱਥਾਂ ਦੀਆਂ ਉਂਗਲਾਂ ਇਹਨਾਂ ਦੇ ਵਿਚਾਲੇ ਇਹ ਮਾਸ ਨੂੰ ਸਾੜਿਆ ਗਿਆ। ਸਾਹਿਬਜ਼ਾਦਿਆਂ ਇਹ ਮਾਸ ਸਾੜਿਆ ਗਿਆ। ਕਈ ਇੱਕ ਇਤਿਹਾਸਕਾਰ ਨੇ ਇਹ ਵੀ ਲਿਖਿਆ ਕਿ ਸਾਹਿਬਜ਼ਾਦਿਆਂ ਨੂੰ ਦਰਖਤ ਦੇ ਨਾਲ ਬੰਨ੍ਹ ਕੇ ਤੇ ਗੁੰਡੇਲੇ ਮਾਰੇ ਗਏ। ਇਹ ਵੀ ਇਤਿਹਾਸਕਾਰ ਲਿਖਦੇ। ਇਹ ਇਤਿਹਾਸਕਾਰਾਂ ਦੀ ਆਪੋ ਆਪਣੀ ਰਾਏ ਹੈ, ਆਪ ਆਪਣੀ ਬੁੱਧ ਹੈ। ਜਿੰਨੀ ਕਿਸੇ ਨੂੰ ਮਾਰਨੇ ਬੁੱਧ ਬਖਸ਼ੀ ਉਹ ਲਿਖ ਰਹੇ। ਸੋ ਸਾਹਿਬਜ਼ਾਦੇ ਮਾਤਾ ਜੀ ਦੇ ਕੋਲ ਗਏ, ਸਾਰੀ ਵਾਰਤਾ ਦੱਸੀ ਮਾਤਾ ਜੀ ਨੂੰ ਤੇ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਦੀਆਂ ਸਾਖੀਆਂ, ਆਪਣੇ ਪਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਸਾਖੀਆਂ ਸੁਣਾ ਰਹੇ। ਕਿਵੇਂ ਤੁਹਾਡੇ ਦਾਦੇ ਪੜਦਾਦਿਆਂ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ, ਕਿਵੇਂ ਤੁਹਾਡੇ ਦਾਦੇ ਨੂੰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ। ਤੇ ਸਾਰੀਆਂ ਕੁਰਬਾਨੀਆਂ ਮਾਤਾ ਦਾਦੀ ਮਾਂ ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਨੂੰ ਸੁਣਾ ਰਹੀ। ਫਿਰ ਮੋਤੀ ਮਹਿਰਾ ਆ ਕੇ ਰਾਤ ਨੂੰ ਦੁੱਧ ਪਿਲਾ ਕੇ ਗਿਆ ਤੇ ਗੁਰਮੁਖ ਪਿਆਰੇ ਹੁਣ 13 ਪੋਹ ਦਾ ਦਿਨ ਚੜ੍ਹਦਾ ਤੇ ਸਿਪਾਹੀ ਲੈਣ ਵਾਸਤੇ ਸਾਹਿਬਜ਼ਾਦਿਆਂ ਨੂੰ ਆਏ ਤੇ ਗੁਰਮੁਖ ਪਿਆਰੇ ਉਸ ਸਮੇਂ ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਦੇ ਮੂੰਹ ਧੋਤੇ, ਇਸ਼ਨਾਨ ਨਹੀਂ ਕਰਵਾਏ, ਮੂੰਹ ਸਾਫ਼ ਕੀਤੇ। ਉਹਨਾਂ ਦੇ ਸਾਹਿਬਜ਼ਾਦਿਆਂ ਮੂੰਹ ਸਾਫ਼ ਕਰਕੇ ਉਹਨਾਂ ਕੋਲੇ ਮਾਤਾ ਜੀ ਕੋਲੇ ਇੱਕ ਨੀਲੇ ਰੰਗ ਦੇ ਚੋਲੇ ਸਨ। ਸਾਹਿਬਜ਼ਾਦਿਆਂ ਦੇ ਛੋਟੇ ਛੋਟੇ ਚੋਲੇ ਪਾ ਦਿੱਤੇ। ਦਸਤਾਰਾਂ ਮਾਤਾ ਗੁਜਰ ਕੌਰ ਨੇ ਆਪ ਸਜਾਈਆਂ। ਸਾਹਿਬਜ਼ਾਦਿਆਂ ਦੇ ਦਸਤਾਰਾਂ ਸਜਾ ਕੇ ਛੋਟੀਆਂ ਛੋਟੀਆਂ ਕਲਗੀਆਂ ਲਾ ਦਿੱਤੀਆਂ ਸਾਹਿਬਜ਼ਾਦਿਆਂ ਦੇ ਦਸਤਾਰ ਦੇ ਉੱਤੇ। ਪਤਾ ਵੀ ਅੱਜ ਵਾਪਸ ਨਹੀਂ ਆਉਣਾ ਮੁੜ ਕੇ, ਭਾਣੇ ਵਾਪਰ ਲੱਗੇ। ਹੁਣ ਉਦੋਂ ਗੁਰਮੁਖ ਪਿਆਰੇ ਸਿਪਾਹੀ ਆਏ ਨੇ ਮਾਤਾ ਜੀ ਦੇ ਕੋਲ
ਕਹਿਣ ਲੱਗੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾਣਾ। ਤੇ ਮਾਤਾ ਜੀ ਜਦੋਂ ਤੋਰਨ ਲੱਗਦੇ ਨੇ ਸਾਹਿਬਜ਼ਾਦਿਆਂ ਨੂੰ ਬੜਾ ਪਿਆਰ ਦਿੰਦੇ ਆ। ਤੇ ਉਹ ਸਿਪਾਹੀ ਗੁਰਮੁਖ ਪਿਆਰਿਓ ਫਿਰ ਮਾਤਾ ਜੀ ਨੂੰ ਕਹਿ ਰਹੇ ਨੇ, ਕੀ ਕਹਿ ਰਹੇ ਨੇ, ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਧਾਰਨਾ ਦੇ ਵਿੱਚ ਆਪਾਂ ਪਿਆਰ ਨਾਲ ਪੜ੍ਹੀ। ਅੱਜ ਲਾਡ ਲਡਾਲੇ ਤੂੰ ਕੋਟ ਕੋਟ ਨਾਲ ਲਗਾ ਲੈ ਦਿਲ ਦੇ। ਅੱਜ ਲਾਡ ਲਡਾਲੇ ਤੂੰ ਕੋਟ ਕੋਟ ਨਾਲ ਲਗਾ ਲੈ ਦਿਲ ਦੇ। ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ। ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ। ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ। ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਭਾਰਨੇ ਆਖਿਆ ਮਾਤਾ ਨੂੰ ਹਲਕਾਰੇ। ਭਰ ਨੇਤਰ ਦੋਵੇਂ ਜੀ ਆਖਿਆ ਮਾਤਾ ਨੂੰ ਹਲਕਾਰੇ। ਕਰ ਪਿਆਰ ਪੋਤਿਆਂ ਨੂੰ ਬੰਦੇ ਪਿੜ ਪਿੜ ਕੇ ਸਤਿਕਾਰੇ। ਕਰ ਪਿਆਰ ਪੋਤਿਆਂ ਨੂੰ ਬੰਦੇ ਪਿੜ ਪਿੜ ਕੇ ਸਤਿਕਾਰੇ। ਸੁਪਨਾ ਹੋ ਜਾਵਣਗੇ ਸੁਪਨਾ ਹੋ ਜਾਵਣਗੇ ਤੇਰੇ ਮਨ ਮੋਹਨ ਅਲਬੇਲੇ। ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ। ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ। ਗੱਲ ਲੱਗ ਕੇ ਕਰ ਲੈ ਤੂੰ ਬੋਲੋ ਸਾਰੇ ਜਵਾਬ ਜਾਂਦੀ ਵਾਰ ਦੇ ਮੇਲੇ। ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮਨ ਲਾਡ ਨਾਲ ਤੂੰ ਗੁੱਟ ਗੁੱਟ ਨਾਲ ਗਲੇ ਦਿਲ ਲਾਗੇ। ਮਨ ਲਾਡ ਨਾਲ ਤੂੰ ਗੁੱਟ ਗੁੱਟ ਨਾਲ ਗਲੇ ਦਿਲ ਲਾਗੇ। ਅੱਜ ਦਾ ਦਿਲ ਕਾਲਾਂ ਨੂੰ ਤੈਨੂੰ ਪੁੱਤ ਵਿਛੜੇ ਨਹੀਂ ਮਿਲਣੇ। ਅੱਜ ਆ ਦਿਲ ਕਾਲਾਂ ਨੂੰ ਤੈਨੂੰ ਪੁੱਤ ਵਿਛੜੇ ਨਹੀਂ ਮਿਲਣੇ। ਹੈ ਉਮਰ ਬਥੇਰੀ ਹੈ ਉਮਰ ਬਥੇਰੀ ਦੇ ਜਿਗਰ ਨੂੰ ਲੱਗ ਗਈ ਸੱਟ ਕਵੇਲੇ। ਮਾਤਾ ਜੀ ਜਾਂਦੀ ਵਾਰ ਦੇ ਮੇਲੇ। ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ। ਗੱਲ ਲੱਗ ਕੇ ਸਿਪਾਹੀ ਕਹਿ ਰਹੇ ਨੇ ਮਾਤਾ ਜੀ ਨੂੰ, ਕਰ ਸਬਰ ਮਾਤਾ ਜੀ ਤੂੰ ਇਹਨਾਂ ਮੁਖ ਤੱਕਣ ਨੂੰ ਛੱਡ ਦੇ। ਕਰ ਸਬਰ ਮਾਤਾ ਜੀ ਤੂੰ ਇਹਨਾਂ ਦੇ ਮੁਖ ਤੱਕਣ ਨੂੰ ਛੱਡ ਦੇ। ਹੋ ਕੇ ਨਿਰਮੋਹੀ ਤੂੰ ਦਿਲ ਵਿੱਚ ਮਮਤਾ ਡੈਣ ਨੂੰ ਕੱਢ ਦੇ। ਹੋ ਕੇ ਨਿਰਮੋਹੀ ਤੂੰ ਦਿਲ ਵਿੱਚ ਮਮਤਾ ਡੈਣ ਨੂੰ ਕੱਢ
ਮਾਲਿਕ ਸਭ ਮੁਲਕਾਂ ਦੇ ਇਥੋਂ ਤੁਰਦੇ ਮਿਲ ਕੇ ਮਾਲਿਕ ਸਭ ਮੁਲਕਾਂ ਦੇ ਇਥੋਂ ਤੁਰਦੇ ਮਿਲ ਕੇ ਗਲ ਲੱਗ ਕੇ ਅਰਲੇ ਤੂੰ ਬਾਬਾ ਜੀ ਜਾਂਦੀ ਵਾਰ ਦੇ ਗਲ ਲੱਗ ਕੇ ਅਰਲੇ ਤੂੰ ਬਾਬਾ ਜੀ ਜਾਂਦੀ ਵਾਰ ਜਾਂਦੀ ਵਾਰ ਦੇ ਮਿਲਦੇ ਤੈਨੂੰ ਸਮਝਾ ਲੋੜ ਨਹੀਂ ਤੈਨੂੰ ਸਭ ਜਾਣਨ ਹੈ ਸਭ ਤੇ ਬਚਦਾ ਮੌਤ ਨਗਾਰਾ ਤੈਨੂੰ ਸਭ ਜਾਣਨ ਹੈ ਸਭ ਤੇ ਬਚਦਾ ਮੌਤ ਨਗਾਰਾ ਤੈਨੂੰ ਸਮਝਾਉਣ ਲਈ ਮਾਲੇ ਮੂਰਖ ਕੌਣ ਵਿਚਾਰਾ ਤੈਨੂੰ ਸਮਝਾਉਣ ਲਈ ਮਾਤਾ ਦੇ ਮੂਰਖ ਵਿਚਾਰਾ ਪੈਂਦੇ ਸਿਰ ਸਪਨਾ ਦੇ ਪੈਂਦੇ ਸਿਰ ਸਪਨਾ ਦੇ ਮੌਤ ਦੇ ਵਾਰੀ ਵਾਰ ਗੁਲਨੇ ਗਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਤੇ ਗਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਤੇ ਹੁਣ ਕੱਲੀ ਬੈਠੀ ਨੂੰ ਬੁੱਝਦੇ ਦੇਊ ਕੌਣ ਦਿਲਾਸੇ ਸਿਪਾਹੀ ਕਹਿ ਰਹੇ ਨੇ ਮਾਤਾ ਜੀ ਨੂੰ ਬੁਰਜ ਦੇ ਵਿੱਚ ਬੈਠੀ ਹੈ ਨਾ ਮਾਤਾ ਸਾਹਿਬਜ਼ਾਦਿਆਂ ਨੂੰ ਲੈ ਕੇ ਜਾ ਰਹੇ ਨੇ ਫੜ ਕੇ ਪਤਾ ਲੱਗਾ ਜਦ ਵਾਪਸ ਨਹੀਂ ਆਉਣਾ ਸਿਪਾਹੀ ਕਹਿ ਰਹੇ ਨੇ ਮਾਤਾ ਜੀ ਨੂੰ ਗੁਜਰ ਕੌਰ ਜੀ ਨੂੰ ਸੁਣੋ ਧਿਆਨ ਨਾਲ ਹੁਣ ਕੱਲੀ ਬੈਠੀ ਨੂੰ ਬੁੱਝ ਵਿੱਚ ਦੇਊ ਕੌਣ ਦਿਲਾਸੇ ਹੁਣ ਵਾਪਸ ਆਉਣੇ ਦਾ ਕਦੇ ਵੀ ਪਾਣੀ ਵਿੱਚੋਂ ਪਤਾਸੇ ਹੁਣ ਵਾਪਸ ਆਉਣੇ ਨਾ ਕਦੇ ਵੀ ਪਾਣੀ ਵਿੱਚੋਂ ਪਤਾਸੇ ਹੁਣ ਵਿਦਿਆ ਹੋਣ ਤੇ ਤੂੰ ਹੁਣ ਜਿਵੇਂ ਗੁਰੂ ਕੋਲ ਚੇਲੇ ਹੁਣ ਬੇਟਿਆ ਹੋਣ ਦੇ ਤੂੰ ਹੁਣ ਜਿਵੇਂ ਗੁਰੂ ਨਾਲ ਚੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਸੋ ਮਾਤਾ ਜੀ ਨੇ ਉੱਠ ਕੇ ਦੋਨਾਂ ਸਾਹਿਬਜ਼ਾਦਿਆਂ ਨੂੰ ਗਲਵੱਕੜੀ ਪਾਈ ਤੇ ਗੁਰਮੁਖ ਪਿਆਰੇ ਸਾਹਿਬਜ਼ਾਦੇ ਸਿਪਾਹੀ ਲੈ ਕੇ ਤੁਰੇ ਪੌੜੀਆਂ ਉੱਤਰ ਕੇ ਥੋੜਾ ਜਾਏ ਬਾਬਾ ਫਤਿਹ ਸਿੰਘ ਫੇਰ ਭੱਜ ਕੇ ਇੱਕ ਵਾਰੀ ਗਿਆ ਮਾਤਾ ਜੀ ਕਹਿਣ ਲੱਗੇ ਪੁੱਤਰ ਕਿਵੇਂ ਵਾਪਸ ਮੁੜ ਗਿਆ ਕਹਿਣ ਲੱਗਾ ਮਾਤਾ ਜੀ ਅਸੀਂ ਹੁਣ ਚੱਲੇ ਆ ਵੱਡੇ ਪੀਰਾਂ ਦੇ ਕੋਲ ਤੇ ਤੈਨੂੰ ਵੀ ਅਸੀਂ ਉੱਥੇ ਉਡੀਕਾਂਗੇ ਤੂੰ ਵੀ ਸਾਡੇ ਨਾਲ ਜਲਦੀ ਆ ਜਾ ਸਾਹਿਬਜ਼ਾਦਿਆਂ ਨੂੰ ਲੈ ਕੇ ਗੁਰਮੁਖ ਪਿਆਰਿਓ ਸਿਪਾਹੀ ਚਲੇ ਗਏ 13 ਪੋਹ ਦਾ ਦਿਨ ਹੈ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੱਲਣਾ ਸ਼ੁਰੂ ਕੀਤਾ ਜਦੋਂ ਚੱਲਣ ਲੱਗੇ ਨਾ ਸਾਹਿਬਜ਼ਾਦਿਆਂ ਨੂੰ ਬਾਬਾ ਫਤਿਹ ਸਿੰਘ ਛੋਟਾ ਜਿਹਾ ਤੇ ਜੋਰਾਵਰ ਸਿੰਘ ਨੂੰ ਕਹਿਣ ਲੱਗਾ ਵੀਰ ਆਪਾਂ ਇਕੱਠੇ ਖੇਡਦੇ ਰਹੇ ਇਕੱਠੇ ਮਾਤਾ ਜੀ ਦੇ ਨਾਲ ਇਕੱਠੇ ਸੌਂਦੇ ਰਹੇ
ਤੂੰ ਮੇਰੇ ਤੋਂ ਪਹਿਲਾਂ ਚਲਿਆ ਜਾ। ਜ਼ੋਰਾਵਰ ਸਿੰਘ ਫਤਿਹ ਸਿੰਘ ਕਹਿਣ ਲੱਗਿਆ, ਵੀਰ ਨਹੀਂ, ਆਪਾਂ ਇਕੱਠੇ ਜਾਵਾਂਗੇ। ਤੇ ਗੁਰਮੁਖ ਪਿਆਰਿਓ, ਫਤਿਹ ਸਿੰਘ ਨੇ ਕਿਹਾ ਵੀ ਮੇਰੇ ਪੈਰਾਂ ਦੇ ਥੱਲੇ ਇੱਕ ਇੱਟ ਰੱਖੀ ਜਾਵੇ, ਵੀ ਮੈਂ ਜ਼ੋਰਾਵਰ ਸਿੰਘ ਦੇ ਬਰਾਬਰ ਹੋ ਜਾਵਾਂ, ਕਿਉਂ ਫਤਿਹ ਸਿੰਘ ਦਾ ਕੱਦ ਛੋਟਾ ਸੀ। ਫਿਰ ਉਹਨੇ ਇੱਟ ਰੱਖੀ, ਫਤਿਹ ਸਿੰਘ ਉਸ ਇੱਟ ਦੇ ਉੱਪਰ ਖੜਾ ਤੇ ਦੋਵੇਂ ਬਰਾਬਰ ਸਰੀਰ ਹੋ ਗਏ। ਚਨਾਈ ਸ਼ੁਰੂ ਕੀਤੀ ਮਿਸਤਰੀ ਨੇ ਤੇ ਤੇਸੀ ਮਾਰਨ ਲੱਗਿਆ, ਇੱਟ ਦੇ ਉੱਪਰ ਤੋੜਨ ਲੱਗਿਆ। ਸਾਹਿਬਜ਼ਾਦੇ ਕਹਿਣ ਲੱਗੇ ਵੀ ਇੱਟ ਨਾ ਤੋੜ, ਵੀ ਇੱਟ ਤੋੜਨਾ ਕਿਉਂ? ਕਿਉਂਕਿ ਅੱਜ ਸਿੱਖੀ ਦਾ ਮਹਿਲ ਪੈਣ ਲੱਗਾ। ਇਹ ਬੜੀ ਕੀਮਤੀ ਹੈ, ਇੱਕ ਇੱਕ ਇੱਟ ਕੀਮਤੀ ਹੈ। ਉਹ ਕਹਿਣ ਲੱਗੇ ਵੀ ਤੁਹਾਡੀਆਂ ਚੱਪਣੀਆਂ ਜਿਹੜੀਆਂ ਨੇ ਗੋਡਿਆਂ ਦੀਆਂ ਵਿੱਚ ਆਉਂਦੀਆਂ ਨੇ, ਇਸ ਕਰਕੇ ਕੰਧ ਡਿੱਗੀ ਹੋ ਗਈ। ਉਹ ਕਹਿਣ ਲੱਗੇ ਸਾਹਿਬਜ਼ਾਦੇ ਕਹਿੰਦੇ ਤੁਸੀਂ ਚੱਪਣੀ ਲਾ ਲਓ, ਇੱਟ ਨਾ ਤੋੜ। ਤੇ ਗੁਰਮੁਖ ਪਿਆਰੋ, ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਗੋਡਿਆਂ ਦੀਆਂ, ਉਹਨਾਂ ਨੇ ਜਿਵੇਂ ਆਪਾਂ ਤੇਸੀ ਦੇ ਨਾਲ ਇੱਟ ਨੂੰ ਤੋੜਦੇ ਹਾਂ ਨਾ, ਇਸ ਤਰ੍ਹਾਂ ਉਹਨਾਂ ਨੇ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਜਿਹੜੀਆਂ ਸੀ ਗੋਡਿਆਂ ਦੀਆਂ ਲਾ ਦਿੱਤੀਆਂ। ਫਿਰ ਉਹਨਾਂ ਨੇ ਕੰਧ ਕੱਢੀ। ਇਤਿਹਾਸਕਾਰ ਦੱਸਦੇ ਨੇ ਕੰਧ ਸਾਥੀਆਂ ਤੱਕ ਆਈ ਤੇ ਗੁਰਮੁਖ ਪਿਆਰੋ ਕੰਧ ਜਿਹੜੀ ਸੀ ਉਹ ਪਾਟ ਗਈ, ਡਿੱਗ ਪਈ। ਕੰਧ ਡਿੱਗੀ ਆ ਤੇ ਸਾਹਿਬਜ਼ਾਦੇ ਅਜੇ ਸ਼ਹੀਦ ਨਹੀਂ ਹੋਏ ਸੀ। ਫਿਰ ਆਏ, ਵੇਖਿਆ ਵੀ ਸਾਹਿਬਜ਼ਾਦੇ ਹਿਲ ਜੁਲ ਕਰ ਰਹੇ ਨੇ। ਕਹਿੰਦੇ ਥੋੜੀ ਜਿਹੀ ਮਾਲਸ਼ ਕੀਤੀ ਸਾਹਿਬਜ਼ਾਦੇ। ਵਜੀਦਾ ਕਹਿੰਦੇ ਆਪ ਕੋਲ ਆ ਕੇ ਪੁੱਛਦਾ, ਮੰਨ ਜਾਓ ਤੁਹਾਡੇ ਇਲਾਜ ਕਰਵਾ ਦਿੱਤੇ ਜਾਣਗੇ, ਤੁਹਾਨੂੰ ਕੁਝ ਨਹੀਂ ਹੋਵੇਗਾ, ਇਸਲਾਮ ਕਬੂਲ ਕਰ ਲਓ। ਸਾਹਿਬਜ਼ਾਦਿਆਂ ਨੇ ਚੱਪਣੀਆਂ ਤਾਂ ਪਹਿਲਾਂ ਹੀ ਉਹਨਾਂ ਨੇ ਲਾ ਦਿੱਤੀਆਂ ਸੀ। ਸਰੀਰ ਜ਼ਖਮੀ ਹੋ ਗਏ ਸਨ, ਕਿਉਂਕਿ ਇੱਟਾਂ ਉੱਪਰ ਡਿੱਗੀਆਂ ਸਨ ਸਰੀਰਾਂ ਦੇ। ਤੇ ਸਾਹਿਬਜ਼ਾਦਿਆਂ ਨੂੰ ਕਹਿੰਦੇ ਵੀ ਇਸਲਾਮ ਕਰ ਲਓ ਕਬੂਲ, ਮੰਨ ਜਾਓ, ਤੁਹਾਡੇ ਵੱਡੇ ਡਾਕਟਰ ਵੈਦ ਬੁਲਾ ਕੇ ਤੁਹਾਡੇ ਇਲਾਜ ਕਰਵਾ ਦਿੱਤੇ ਜਾਣਗੇ। ਸਾਹਿਬਜ਼ਾਦਿਆਂ ਨੇ ਪਿਆਰ ਨੇ ਗੁਰਮੁਖ ਪਿਆਰੋ ਸਿਰ ਹਿਲਾ ਦਿੱਤੇ। ਉਸ ਸਮੇਂ ਫਿਰ ਕਹਿਣ ਲੱਗੇ ਇਹਨਾਂ ਦੇ ਸਿਰ ਕਲਮ ਕਰ। ਕੌਣ ਕਰੇਗਾ? ਸਮਾਣੇ ਦੇ ਦੋ ਜਲਾਦ, ਸਾਸਲ ਬੇਗ ਤੇ ਬਾਸਲ ਬੇਗ, ਇਹਨਾਂ ਦਾ ਕੇਸ ਚੱਲਦਾ ਸੀ ਕਚਹਿਰੀ ਦੇ ਵਿੱਚ। ਤੇ ਉਹ ਕਹਿਣ ਲੱਗੇ ਵੀ ਸਾਡਾ ਕੇਸ ਜਿਹੜਾ ਉਹ ਵਾਪਸ ਲੈ ਲਓ ਤੇ ਕੰਮ ਅਸੀਂ ਕਰ ਦਾਂਗੇ। ਬੜੇ ਵੱਡੇ ਵੱਡੇ ਮੋਟੇ ਸਰੀਰਾਂ ਦੇ ਜਲਾਦ ਗੁਰਮੁਖ ਪਿਆਰੇ, ਉਹਨਾਂ ਨੇ ਸਾਹਿਬਜ਼ਾਦਿਆਂ ਦੀਆਂ ਸਰੀਰਾਂ ਦੇ ਉੱਪਰ ਬੈਠ ਗਏ ਨੇ, ਸਾਥੀਆਂ ਦੇ ਉੱਪਰ। ਜਿਵੇਂ ਇਸਲਾਮ ਦੇ ਵਿੱਚ ਬੱਕਰੇ ਨੂੰ ਜ਼ਿਬਾ ਕੀਤਾ ਜਾਂਦਾ ਨਾ, ਉਹ ਕਲਮਾ ਪੜ੍ਹਦੇ ਨੇ, ਹੌਲੀ ਹੌਲੀ ਤੀਰਾ ਦਿੰਦੇ ਆ ਤੇ ਨਾਲ ਕਲਮਾ ਪੜ੍ਹਦੇ ਆ। ਤੇ ਗੁਰਮੁਖ ਪਿਆਰੇ, ਉਹਨਾਂ ਨੇ ਗਰਦਨਾਂ ਨਹੀਂ ਕੱਟੀਆਂ ਸਾਹਿਬਜ਼ਾਦਿਆਂ ਦੀਆਂ। ਉਹ ਕਹਿੰਦੇ ਵੀ ਜਿਹੜੀ ਸਾਹ ਰਾਗ ਜੇ ਵੱਢ ਦਿੱਤੀ ਜਾਵੇ ਉਹਦੇ ਨਾਲ ਮੌਤ ਹੋਵੇ। ਫਿਰ ਉਹਨਾਂ ਨੇ ਸਾਥੀਆਂ ਦੇ ਉੱਪਰ ਸਾਹਿਬਜ਼ਾਦਿਆਂ ਦੇ ਬੈਠ ਕੇ ਜਿਹੜੀਆਂ ਸਾਹ ਰਗਾਂ ਸੀ ਨਾ, ਉਹ ਇੱਕ ਤਿੱਖੀ ਉਹਨਾਂ ਕੋਲੇ ਕੋਈ ਜਿਵੇਂ ਚਾਕੂ ਹੁੰਦਾ ਇਸ ਤਰ੍ਹਾਂ ਸੀ, ਉਹਦੇ ਨਾਲ ਉਹਨਾਂ ਨੇ ਕੱਟ ਦਿੱਤੀ। ਤੇ ਗੁਰਮੁਖ ਪਿਆਰੇ ਸਾਹਿਬਜ਼ਾਦੇ ਸ਼ਾਂਤ ਹੋ ਗਏ ਨੇ, ਸ਼ਹੀਦੀਆਂ ਪਾ ਗਏ ਨੇ। ਪਰ ਗੁਰਮੁਖ ਪਿਆਰਿਓ, ਸੱਚ ਨੂੰ ਕੋਈ ਮਿਟਾ ਨਹੀਂ ਸਕਦਾ। ਸਾਹਿਬਜ਼ਾਦਿਆਂ ਦੇ ਜਾਣ ਦੇ ਨਾਲ ਸੱਚ ਨਹੀਂ ਮਿਟਿਆ, ਪਰ ਉਹ ਗੁਰਮੁਖ ਪਿਆਰਿਓ ਹਾਰ ਗਏ ਨੇ। ਪਰ ਉਹ ਸਾਹਿਬਜ਼ਾਦਿਆਂ ਨੂੰ ਖਤਮ ਕਰਕੇ ਜਿੱਤੇ ਨਹੀਂ। ਚਮਕੌਰ ਦੀ ਜੰਗ ਉਹ ਜਿੱਤੇ ਨਹੀਂ ਸੀ। ਜਿੱਤ ਉਹਨਾਂ ਦੀ ਤਾਂ ਹੋਣੀ ਸੀ ਜੇ ਜਿਉਂਦਿਆਂ ਨੂੰ ਫੜ ਕੇ ਲੈ ਜਾਂਦੇ। ਸਾਹਿਬਜ਼ਾਦਿਆਂ ਨੂੰ ਜਾਂ ਸਿੰਘਾਂ ਨੂੰ ਫੜ ਕੇ ਲੈ ਜਾਂਦੇ, ਫਿਰ ਉਹਨਾਂ ਦੀ ਜਿੱਤ ਹੋਣੀ ਸੀ। ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾਈਆਂ ਲੜ ਕੇ ਉਹਨਾਂ ਦੇ ਨਾਲ। ਉਹ ਜੰਗ ਇਸ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਿੱਤੀ ਆ। ਛੋਟੇ ਸਾਹਿਬਜ਼ਾਦੇ ਵੀ ਉੱਥੇ ਜਿੱਤਦੇ ਨੇ ਅੱਜ। ਤੇ ਗੁਰਮੁਖ ਪਿਆਰਿਓ, ਉਹ ਜਿਹੜੇ ਵੱਡੇ ਵੱਡੇ ਅਫਸਰ ਵਜੀਦੇ ਦੇ ਬੈਠੇ ਸੀ, ਸੂਬਾ ਵਜੀਦਾ ਵੀ ਅੱਜ ਸਾਹਿਬਜ਼ਾਦਿਆਂ ਦੇ ਮੂਹਰੇ ਹਾਰ ਗਿਆ। ਤੇ ਕਹਿੰਦੇ ਉਸ ਸਮੇਂ ਫਿਰ ਸਾਹਿਬਜ਼ਾਦਿਆਂ ਦੇ ਜਿਹੜੇ ਸਰੀਰ ਸੀ, ਉਹਨਾਂ ਨੂੰ ਸੇਠ ਟੋਡਰ ਮੱਲ ਨੇ ਕਿਹਾ ਵੀ ਇਹਨਾਂ ਦਾ ਮੈਂ ਸੰਸਕਾਰ ਕਰਨਾ। ਤੇ ਗੁਰਮੁਖ ਪਿਆਰੇ ਫਿਰ ਉਹ ਕਹਿਣ ਲੱਗੇ ਵੀ ਜਗ੍ਹਾ ਕਿੱਥੇ ਕਰੇਗਾ? ਤੇ ਉਹ ਕਹਿਣ ਲੱਗੇ ਇਸ ਜਗ੍ਹਾ ਤੇ ਕਰਨਾ। ਕਹਿੰਦੇ ਤੈਨੂੰ ਇਹ ਮੁੱਲ ਖਰੀਦਣੀ ਪਊ, ਤੁਸੀਂ ਸਾਰੇ ਇਤਿਹਾਸ ਤੋਂ ਜਾਣੂ ਹੋ। ਫਿਰ ਸਾਹਿਬਜ਼ਾਦਿਆਂ ਦੇ ਜਿੱਥੇ ਸੰਸਕਾਰ ਹੋਏ ਸੀ, ਜੋਤੀ ਸਰੂਪ ਗੁਰਦੁਆਰਾ ਸਾਹਿਬ ਉੱਥੇ ਬਣਿਆ, ਕਿਤੇ ਫਤਿਹਗੜ੍ਹ ਸਾਹਿਬ ਜਾਮੋ। ਤੇ ਉਸ ਸਥਾਨ ਤੇ ਫਿਰ ਜਗ੍ਹਾ ਮੁੱਲ ਖਰੀਦੀ, ਮੋਹਰਾਂ ਸੋਨੇ ਦੀਆਂ ਵਸਾ ਕੇ
ਖੜਮੇ ਲੋਟ ਮੋਹਰਾਂ ਵਸਾਈਆਂ ਗਈਆਂ ਤੇ ਉਹ ਜਗ੍ਹਾ ਖਰੀਦ ਕੇ ਫਿਰ ਸੇਠ ਟੋਡਰ ਮੱਲ ਤੇ ਗੁਰਮੁਖ ਪਿਆਰਿਓ ਉਹਨਾਂ ਦਾ ਸੰਸਕਾਰ ਦੀ ਜਗ੍ਹਾ ਖਰੀਦੀ। ਇਧਰ ਮੋਤੀ ਰਾਮ ਮਹਿਰਾ ਜਿਹੜਾ ਸੀ ਤੇ ਗੁਰਮੁਖ ਪਿਆਰਿਓ ਇਹ ਫੇਰ 13 ਪੋਹ ਨੂੰ ਜਦੋਂ ਦੁੱਧ ਪਿਲਾਉਣ ਵਾਸਤੇ ਗਿਆ ਤੇ ਉਸ ਸਮੇਂ ਮਾਤਾ ਜੀ ਪੁੱਛਦੇ ਨੇ ਸਾਹਿਬਜ਼ਾਦੇ ਕਿਵੇਂ ਨੇ ਤੇ ਮੋਤੀ ਰਾਮ ਮਹਿਰੇ ਨੇ ਫਿਰ ਧਾਹਾਂ ਮਾਰ ਕੇ ਮਾਤਾ ਜੀ ਨੂੰ ਕਿਹਾ, ਤੇਰੇ ਟੁੱਟ ਗਏ ਲੜੀ ਦੇ ਮੋਤੀ। ਮੋਤੀ ਰਾਮ ਮਹਿਰਾ ਕਹਿੰਦਾ ਮਾਤਾ ਗੁਜਰ ਕੌਰ ਨੂੰ, ਤੇਰੇ ਟੁੱਟ ਗਏ ਲੜੀ ਦੇ ਮੋਤੀ। ਮੋਤੀ ਮਹਿਰਾ ਰੋ ਰੋ ਦੱਸਦਾ, ਟੁੱਟ ਗਏ ਲੜੀ ਦੇ ਮੋਤੀ। ਮੋਤੀ ਮਹਿਰਾ ਰੋ ਦੱਸਦਾ, ਟੁੱਟ ਗਏ ਲੜੀ ਦੇ ਮੋਤੀ। ਮੋਤੀ ਮਹਿਰਾ ਰੋ ਦੱਸਦਾ, ਤੇਰੇ ਟੁੱਟ ਗਏ ਲੜੀ ਦੇ ਮੋਤੀ। ਮੋਤੀ ਮਹਿਰਾ ਰੋ ਦੱਸਦਾ, ਤੇਰੇ ਟੁੱਟ ਗਏ ਲੜੀ ਦੇ ਮੋਤੀ। ਮੋਤੀ ਮਹਿਰਾ ਰੋ ਰੋ ਦੱਸਦਾ, ਟੁੱਟ ਗਏ ਲੜੀ ਦੇ ਮੋਤੀ। ਮੋਤੀ ਮਹਿਰਾ ਰੋ ਰੋ ਦੱਸਦਾ, ਟੁੱਟ ਗਏ ਲੜੀ ਦੇ ਮੋਤੀ। ਮੋਤੀ ਮਹਿਰਾ ਰੋ ਰੋ ਦੱਸਦਾ, ਤੇਰੇ ਟੁੱਟ ਗਏ ਲੜੀ ਦੇ ਮੋਤੀ। ਮੋਤੀ ਮਹਿਰਾ ਰੋ ਦੱਸਦਾ। ਮੋਤੀ ਮਹਿਰੇ ਨੇ ਸਾਰੀ ਫਿਰ ਜਾ ਕੇ ਦੱਸੀ ਸਾਹਿਬਜ਼ਾਦਿਆਂ ਨੂੰ ਕਿਵੇਂ ਸੀ। ਮਾਤਾ ਜੀ ਨੇ ਫਿਰ ਗੁਰਮੁਖ ਪਿਆਰਿਓ ਜਦੋਂ ਸੁਣਿਆ ਤੇ ਉਹਨਾਂ ਨੇ ਵੀ ਆਪਣੇ ਸਵਾਸ ਸੱਚਖੰਡ ਨੂੰ ਚਲੇ ਗਏ। ਫਿਰ ਉਸ ਸਮੇਂ ਕੀ ਹੋਇਆ ਤੇ ਸਾਹਿਬਜ਼ਾਦਿਆਂ ਨੂੰ ਜਦੋਂ ਨਾ ਸੰਸਕਾਰ ਕਰਨ ਲੱਗੇ ਨੇ ਤੇ ਸਰੀਰ ਚੁੱਕਣ ਵਾਸਤੇ ਵੀ ਗੁਰਮੁਖ ਪਿਆਰਿਓ ਕੋਈ ਨਹੀਂ ਸੀ ਸਾਹਿਬਜ਼ਾਦਿਆਂ ਦਾ। ਮਾਤਾ ਵਾਹਿਗੁਰੂ ਤੇ ਸਾਹਿਬਜ਼ਾਦਿਆਂ ਦਾ ਸਰੀਰ ਜਿਹੜਾ ਸੀ ਨਾ ਉਹ ਸੇਠ ਟੋਡਰ ਮੱਲ ਨੇ ਬਾਬਾ ਜੋਰਾਵਰ ਸਿੰਘ ਜੀ ਦਾ ਸਰੀਰ ਆਪਣੇ ਮੋਢੇ ਦੇ ਉੱਪਰ ਚੁੱਕਿਆ। ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਸਰੀਰ ਜਿਹੜਾ ਸੀ ਉਹ ਸੇਠ ਟੋਡਰ ਮੱਲ ਦੇ ਘਰ ਵਾਲੀ ਨੇ ਆਪਣੀ ਗੋਦੀ ਦੇ ਵਿੱਚ ਲਿਆ, ਜਿਵੇਂ ਆਪਾਂ ਛੋਟੇ ਬੱਚੇ ਨੂੰ ਗੋਦੀ ਦੇ ਵਿੱਚ ਲੈ ਕੇ ਜਾਂਦੇ ਹਾਂ। ਇਸ ਤਰ੍ਹਾਂ ਉਹਨਾਂ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਲੈ ਕੇ ਗਏ ਨੇ ਤੇ ਮਾਤਾ ਗੁਜਰ ਕੌਰ ਜੀ ਦਾ ਜਿਹੜਾ ਸਰੀਰ ਸੀ ਦੋ ਮਜ਼ਦੂਰ ਲਏ ਤੇ ਮੋਤੀ ਰਾਮ ਮਹਿਰਾ ਗੁਰਮੁਖ ਪਿਆਰੇ ਉਹਨਾਂ ਨੇ ਆਪਣੇ ਮੋਢਿਆਂ ਦੇ ਉੱਤੇ ਚੁੱਕਿਆ ਤੇ ਸਾਹਿਬਜ਼ਾਦਿਆਂ ਦਾ ਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਸੇਠ ਟੋਡਰ ਮੱਲ ਨੇ ਕੀਤਾ। ਸੋ ਇਸ ਤਰ੍ਹਾਂ ਗੁਰਮੁਖ ਪਿਆਰਿਓ ਅੱਜ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਸਥਾਨ ਬਣੇ ਹੋਏ ਨੇ। ਸਤਿਗੁਰੂ ਜੀ ਕਿਰਪਾ ਕਰਨ ਕਿਤੇ ਸਮਾਂ ਬਣਿਆ ਜ਼ਰੂਰ ਫਤਿਹਗੜ੍ਹ ਸਾਹਿਬ ਸਰਹੰਦ ਜਾ ਕੇ ਆਪਣੇ ਬੱਚਿਆਂ ਨੂੰ ਵੀ ਨਾਲ ਲਿਜਾ ਕੇ ਉਹ ਨੀਹਾਂ ਅੱਜ ਵੀ ਮੌਜੂਦ ਨੇ ਜਿੱਥੇ ਸਾਹਿਬਜ਼ਾਦਿਆਂ ਨੂੰ ਸੰਸਕਾਰ ਨੀਹਾਂ ਦੇ ਵਿੱਚ ਕਿਨੇ ਗਏ ਸਨ ਤੇ ਸਾਹਿਬਜ਼ਾਦਿਆਂ ਨੂੰ ਸੰਸਕਾਰ ਕੀਤਾ ਗਿਆ ਸੀ ਤੇ ਉਹ ਜ਼ਰੂਰ ਜਾ ਕੇ ਦਰਸ਼ਨ ਕਰਕੇ ਆਇਓ। ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਗੁਰਮੁਖ ਪਿਆਰੇ ਉੱਥੇ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਜਾਂਦੀਆਂ ਨੇ। ਆਪਾਂ ਵੀ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਜੁੜ ਕੇ ਬੈਠੇ ਹਾਂ। ਸਤਿਗੁਰੂ ਜੀ ਕਿਰਪਾ ਕਰਨ ਆਪਣੀ ਵੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਸੋ ਗੁਰਮੁਖ ਪਿਆਰਿਓ ਆਓ ਆਪਾਂ ਉਹਨਾਂ ਦੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸਿਫਤ ਦੇ ਵਿੱਚ ਦੋ ਧਾਰਨਾ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ। ਬਾਕੀ ਦੇ ਜੋ ਪ੍ਰੋਗਰਾਮ ਨੇ ਉਹ ਸੈਕਟਰੀ ਸਾਹਿਬ ਦੱਸਣਗੇ। ਕਿਸੇ ਨੇ ਪੁੱਛਿਆ ਸੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ
ਇੱਕ ਵਾਰੀ ਕਹਿੰਦੇ ਕਿਸੇ ਨੇ ਸਹਿਣਸਾ ਕਹਿ ਦਿੱਤਾ ਸੀ ਦੌਲੇ ਸਾਹਿਬ ਫਕੀਰ ਨੇ। ਮਹਾਰਾਜ ਕਹਿਣ ਲੱਗੇ ਸੀ, ਕਹਿੰਦੇ ਪਹਿਲਾਂ ਮੈਂ ਆਪਣੇ ਪਿਤਾ ਨੂੰ ਦੇਸ਼ ਤੋਂ ਕੁਰਬਾਨ ਕੀਤਾ, ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਨੂੰ ਦਿੱਲੀ ਵੱਲ ਤੋਰਿਆ ਮੈਂ। ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ। 4 ਪੁੱਤਰ ਸਨ ਬਖਸ਼ੇ ਪ੍ਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ। ਮੈਨੂੰ ਸਹਿਣਸਾ ਤੁਸੀਂ ਮਤ ਕਹੋ ਸਿੰਘੋ, ਕਿਸ਼ਤਾਂ ਨਾਲ ਤਾਂ ਕਰਜ਼ ਉਤਾਰਿਆ ਮੈਂ। 1699 ਦੀ ਵਿਸਾਖੀ ਨੂੰ ਜਦੋਂ ਖਾਲਸਾ ਪੰਥ ਸਾਜਣ ਲੱਗੇ ਨਾ, 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। 5 ਪਿਆਰਿਆਂ ਦੇ ਮੂਹਰੇ ਆਪ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਹੱਥ ਜੋੜ ਕੇ ਅੰਮ੍ਰਿਤ ਮੰਗਦੇ ਆ, ਉਸ ਸਮੇਂ ਮਹਾਰਾਜ 5 ਪਿਆਰੇ ਕਹਿਣ ਲੱਗੇ, ਸੱਚੇ ਪਾਤਸ਼ਾਹ ਸਾਡਾ ਤੁਸੀਂ ਇੱਕ ਇੱਕ ਸੀਸ ਲਿਆ, ਫਿਰ ਸਾਨੂੰ ਅੰਮ੍ਰਿਤ ਦਿੱਤਾ, ਤੁਸੀਂ ਸਾਨੂੰ ਕੀ ਲਵੋ, ਕੀ ਦਿੰਦੇ ਹੋ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਕਿਹਾ, ਕਹਿੰਦੇ ਤੁਸੀਂ ਇੱਕ ਇੱਕ ਸੀਸ ਦਿੱਤਾ, ਫਿਰ ਤੁਹਾਨੂੰ ਅੰਮ੍ਰਿਤ ਮਿਲ ਗਿਆ। ਕਹਿੰਦੇ ਮੈਨੂੰ ਅੰਮ੍ਰਿਤ ਦੇ ਦਿਓ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਕਹਿੰਦੇ ਮੈਂ ਤੁਹਾਡੇ ਉੱਪਰ ਸਾਰਾ ਸਰਬੰਸ ਕੁਰਬਾਨ ਕਰ ਦੇਵਾਂਗਾ। ਆਖੋ ਸਤਨਾਮ। ਕਹਿੰਦੇ ਸਾਰਾ ਸਰਬੰਸ ਕੁਰਬਾਨ ਕਰ ਦੇਵਾਂਗਾ। ਸਰਬੰਸ ਤਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ, ਬੰਸ ਤਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ। ਸਰਬੰਸ ਤਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ, ਸਰਬੰਸ ਤਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ, ਸਰਬੰਸ ਤਾਨੀਆਂ ਸਰਬੰਸ ਤਾਨੀਆਂ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ। ਇਹ ਗੱਲਾਂ ਯਾਦ ਰੱਖੀਏ ਗੁਰਮੁਖ ਪਿਆਰਿਓ। ਅੱਜ ਆ ਨਿਸ਼ਾਨ ਸਾਹਿਬ ਤਾਂ ਹੀ ਝੂਲਦੇ ਨੇ ਮਹਾਰਾਜ ਦੇ। ਐਡੇ ਐਡੇ ਗੁਰੂ ਘਰ ਬਣੇ ਆ, ਇਸੇ ਕਰਕੇ ਬਣੇ ਆ। ਪਿਤਾ ਵਾਰਿਆ ਪੁੱਤਰ ਚਾਰੇ ਵਾਰੇ, ਸਿੱਖਾ ਤੇਰੀ ਸ਼ਾਨ ਬਦਲੇ। ਪਿਤਾ ਵਾਰਿਆ ਪੁੱਤਰ ਚਾਰੇ ਵਾਰੇ, ਸਿੱਖਾ ਤੇਰੀ ਸ਼ਾਨ ਬਦਲੇ। ਕਿਹੜਾ ਬਾਰ ਤੂੰ ਜਿਗਰ ਤੇ ਟੋਟੇ, ਬਾਜਾ ਵਾਲੇ ਗੁਰਾਂ ਤੋਂ ਬਿਨਾ। ਵਾਰ ਤੂੰ ਜਿਗਰ ਤੇ ਟੋਟੇ, ਬਾਜਾ ਵਾਲੇ ਗੁਰਾਂ ਤੋਂ ਬਿਨਾ।
ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਹੇ। ਖਾਲਸਾ ਸੁੱਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਹੇ। ਬਾਜਾਂ ਵਾਲਾ ਨੀ ਕਿਸੇ ਨੇ ਬਣ ਜਾਣਾ, ਗੁਰੂ ਤਾਂ ਬਥੇਰੇ ਹੋਣਗੇ। ਬਾਜਾਂ ਵਾਲਾ ਨੀ ਕਿਸੇ ਨੇ ਬਣ ਜਾਣਾ, ਗੁਰੂ ਤਾਂ ਬਥੇਰੇ ਹੋਣਗੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਪੇ ਸਚ ਨਾਨਕ ਹੋਸੀ ਪੇ ਸਚ। ਡੰਡੌਤ ਵੰਦਨ ਅਨਕ ਵਾਰ।